ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ ਸਾਹਿਬ ਜੀਓ ਦੋਹਰਾ ਲੇਹੋ ਸੁਧ ਤੂਰਨ ਸੁਰ ਸਰਬ ਸਰਬ ਚੜੇ ਬਿਮਾਨ ਪਿਆਨ ਗੁਰ ਸੁਤ ਕੇ ਤਨ ਤਜਨ ਤੇ ਆਏ ਮੰਗਲ ਠਾਨ ਲੇਹੋ ਸੁਧ ਤੂਰਨ ਸੁਰ ਸਰਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪਾਂ ਰਲ ਮਿਲ ਕੇ ਛੇਵੇਂ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਇਤਿਹਾਸ ਸਰਵਣ ਕਰ ਰਹੇ ਹਾਂ, ਜੋ ਮੁੜ ਤੋਂ ਪ੍ਰਾਰੰਭ ਹੋਇਆ ਹੈ। ਜਿਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਾਹਿਬਜ਼ਾਦਾ ਸ੍ਰੀ ਗੁਰੂ ਦਿੱਤਾ ਜੀ ਨੇ ਸਿੱਖ ਸੂਰਬੀਰਾਂ ਦੇ ਵਾਰ-ਵਾਰ ਕਹਿਣ ਤੋਂ ਜੋ ਸੂਰਬੀਰ ਤੋਂ ਹੀ ਬਚਨ ਚੇਤੀ ਗੋਲੀ ਦਾ ਫੇਰ ਲੱਗ ਕੇ ਗਊ ਮਰ ਗਈ ਸੀ। ਪਹਾੜੀਆਂ ਦੇ ਜ਼ਿਆਦਾ ਰੌਲਾ ਰੱਪਾ ਪਾਉਣ ਕਰਕੇ ਇਸੇ ਤਰ੍ਹਾਂ ਧਰਮ ਖਿਆਲਾਂ ਅਨੁਸਾਰ ਬਹੁਤ ਵੱਡਾ ਵੱਜਰ ਪਾਪ ਹੋਇਆ ਸਮਝ ਕੇ ਸੁੱਚਾ ਜਲ ਲੈ ਕੇ ਇਸੇ ਤਰ੍ਹਾਂ ਉਹ ਨਿੰਮ ਦੀ ਟਾਹਣੀ ਜੀ ਲੈ ਕੇ ਉਹਦੇ ਨਾਲ ਉਹਨੂੰ ਜੀਵਾਲ ਦਿੱਤਾ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਵੀ ਵਾਹਿਗੁਰੂ ਦੀ ਆਗਿਆ ਨਾਲ ਨਹੀਂ ਹੋਇਆ ਹੈ, ਆਪਣੀ ਮਨਮਰਜ਼ੀ ਨਾਲ ਸਾਰਾ ਕੁਛ ਕੀਤਾ ਕਰਿਆ, ਨਿਰਾਸ਼ ਹੋ ਗਏ ਸਨ। ਠੀਕ ਹੈ, ਭਾਵੇਂ ਗੁਰਦਿੱਤਾ ਜੀ ਨੇ ਕੋਈ ਕੰਮ ਤਾਂ ਮਾੜਾ ਨਹੀਂ ਕੀਤਾ ਸੀ, ਚੰਗੇ ਕੀਤਾ ਸੀ। ਕਿਸੇ ਮਰੇ ਹੋਏ ਨੂੰ ਦੁਬਾਰਾ ਪ੍ਰਾਣ ਦੇ ਦੇਣੇ, ਸਵਾਸ ਦੇ ਦੇਣੇ, ਜਿਉਂਦਾ ਕਰ ਦੇਣਾ। ਪਰ ਫਿਰ ਵੀ ਭਾਵੇਂ ਕਿੰਨਾ ਵੀ ਚੰਗਾ ਕੰਮ ਹੋਵੇ, ਉਹਦੇ ਵਿੱਚ ਜਿਹੜੀ ਵਾਹਿਗੁਰੂ ਦੀ ਆਗਿਆ ਤਾਂ ਚਾਹੀਦੀ ਹੈ। ਜਿਵੇਂ ਗੁਰਬਾਣੀ ਵਿੱਚ ਵੀ ਆਇਆ, ਸਤਿਗੁਰੂ ਦੇ ਵਚਨ ਕੀਤਾ ਲੋੜੀਏ ਕੰਮ ਸੋ ਹਰਿ ਪੈ ਆਖੀਐ। ਜਿਹੜਾ ਵੀ ਕੰਮ ਕਰਨਾ ਚਾਹੀਦਾ ਕੋਈ
ਕੇ ਗੁਰੂ ਕੋਲ ਬੇਨਤੀ ਕਰੀਏ। ਜਿਵੇਂ ਹੁਣ ਵੀ ਗੁਰਸਿੱਖ ਜਦੋਂ ਕੋਈ ਵਿਵਾਹ ਦਾ ਕਾਰਜ ਹੁੰਦਾ ਹੈ, ਕੋਈ ਨਵਾਂ ਮਕਾਨ ਬਣਾਉਣਾ ਹੈ, ਕੋਈ ਖੂਹ ਜਾਂ ਹੋਰ ਬੋਰ ਦਾ ਪ੍ਰਬੰਧ ਕਰਨਾ ਹੁੰਦਾ ਹੈ, ਫਿਰ ਕੜਾਹ ਪ੍ਰਸ਼ਾਦੀ ਦੇਵ ਜਾਂ ਪਤਾਸੇ ਵਗੈਰਾ ਲਿਆ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਅਰਦਾਸ ਕਰਕੇ ਮਹਾਰਾਜ ਦੀ ਆਗਿਆ ਲੈਂਦਾ ਹੈ। ਮਹਾਰਾਜ ਕਰ ਲਈਏ, ਉਹਦੇ ਨਾਲ ਸਤਿਗੁਰੂ ਦੀ ਪ੍ਰਸੰਨਤਾ ਹੈ, ਕਿਉਂਕਿ ਆਗਿਆ ਵਿੱਚ ਸਭ ਕੁਝ ਹੋਇਆ ਚੰਗਾ ਹੋ ਜਾਂਦਾ ਹੈ। ਕਈ ਵਾਰੀ ਅਸੀਂ ਮਨਮਤ ਜੀ ਕਰਦੇ ਹਾਂ, ਪਤਾਸੇ ਤੋਂ ਕੀ ਕਰਨੇ, ਕੀ ਕੜਾਹ ਪ੍ਰਸ਼ਾਦ ਦੀ ਲੋੜ ਹੈ, ਮੇਰੇ ਨੇ ਕਰਨਾ ਹੈ, ਅਸੀਂ ਕਰਾਉਣਾ ਹੈ, 4 ਪੈਸੇ ਅਸੀਂ ਦੇਣੇ ਲੈ ਲੈਣੇ, ਵਿੱਚ ਵਿਚਾਲੇ ਕੀ ਕਰਨ ਦੀ ਲੋੜ ਹੈ। ਠੀਕ ਹੈ, ਭਾਵੇਂ ਕੰਮ ਹੋ ਜਾਊਗਾ, ਆਪਣੀ ਮਨਮਰਜ਼ੀ ਤਾਂ ਹੋ ਗਈ ਨਾ। ਇਸ ਕਰਕੇ ਜਿਵੇਂ ਅਸੀਂ ਜਦੋਂ ਗੁਰੂ ਮਹਾਰਾਜ ਦੇ ਅੱਗੇ ਬੇਨਤੀ ਕਰਕੇ ਕਰਾਂਗੇ ਤੇ ਸਤਿਗੁਰੂ ਦੀ ਸਾਡੇ ਉੱਪਰ ਪ੍ਰਸੰਨਤਾ ਹੋ ਜਾਏਗੀ ਕਿ ਸਾਡੀ ਆਗਿਆ ਨਾਲ ਇਹ ਕਰਿਆ ਹੈ, ਉਹ ਸਾਡੇ ਲਈ ਲਾਭਦਾਇਕ ਹੈ। ਕਈ ਵਾਰੀ ਤਾਂ ਫਿਰ ਗੁਰੂ ਕਲਾ ਵੀ ਕਰਤਾ ਦਿੰਦੇ ਦਿਖਾ ਵੀ ਜਦੇ ਚੱਲ, ਜਦੋਂ ਆਪਣੀ ਅਸੀਂ ਮਨਮਰਜ਼ੀ ਨਾਲ ਕੀਤਾ ਹੁੰਦਾ ਨਾ, ਉਹ ਹੁੰਦਾ ਹੀ ਨਹੀਂ ਹੁੰਦਾ, ਵਿਘਨ ਹੀ ਪਈ ਜਾਂਦਾ। ਫਿਰ ਉਹ ਕਹਿੰਦੇ ਵੀ ਤੂੰ ਅਰਦਾਸ ਕਰਾਈ ਸੀ, ਕੜਾਹ ਪ੍ਰਸ਼ਾਦੀ ਦੇ ਕਰਾਈ ਸੀ, ਗੁਰੂ ਕੀ ਆਗਿਆ ਦੇਈ ਸੀ, ਕਹਿੰਦੇ ਫਿਰ ਨਹੀਂ, ਫਿਰ ਕਰਾ ਲਾ। ਉਹ ਕਈ ਵਾਰੀ ਨਹੀਂ ਹੁੰਦਾ ਹੈ, ਫਿਰ ਉੱਥੇ ਜਦੋਂ ਕਰਦਾ ਕਰਾਉਂਦਾ ਉਹ ਵੀ ਕਾਰਜ ਜਿਹੜਾ ਕੋਈ ਹੈ ਝਟਪਟੀ ਹੋ ਜਾਂਦਾ। ਕਈ ਜਿਹੜੇ ਪਾਣੀ ਪੂਣੀ ਤੇ ਆ ਕੇ ਉੱਥੇ ਖੜ ਜਾਂਦੇ, ਤੇ ਉੱਥੇ ਵਿਘਨ ਪੈਂਦਾ, ਖਪਦੇ ਹੈ, ਫਿਰ ਭਜਦੇ ਵੀ ਅਰਦਾਸ ਕਰੋ ਜੀ। ਤੇ ਵੇਖ ਲਓ ਤੇ ਕਲਾ ਵਰਤ ਜਾਂਦੀ ਹੈ, ਸਾਡੇ ਸਾਹਮਣੇ ਹੀ ਹੈ। ਜਿਹੜਾ ਅਸੀਂ ਐ ਖਪ ਕੇ ਮਰ ਗਏ ਹੁੰਦੇ ਸੀ, ਜਦੋਂ ਕੜਾਹ ਪ੍ਰਸ਼ਾਦੀ ਦੇ ਕਰਾ ਕੇ ਸਤਿਗੁਰੂ ਦੀ ਅਰਦਾਸ ਕਰਾ ਕੇ ਮੋਰਚਾ ਫਤਿਹ, ਸਾਡੇ ਪ੍ਰਤੱਖ ਸਾਹਮਣੇ ਕਲਾ ਵਰਤ ਜਾਂਦੀ ਹੈ। ਤੇ ਅੰਡ ਜੇ ਅਸੀਂ ਕਰੀਏ ਕਰਾਈਏ, ਉਹ ਕਈ ਵਾਰੀ ਤਾਂ ਸਤਿਗੁਰੂ ਚਲੋ ਇਹ ਬੱਚਾ ਹੈ, ਨਹੀਂ ਕੁਝ ਕਹਿੰਦੇ ਵੀ ਆਪੇ ਆ ਜਾਊ ਰਸਤੇ ਤੇ। ਕਈ ਵਾਰੀ ਵੀ ਇਹਨੂੰ ਹੁਣ ਸਮਝਾਉਣਾ ਹੀ ਚਾਹੀਦਾ, ਫਿਰ ਨਹੀਂ ਹੁੰਦਾ ਹੈ, ਫਿਰ ਝਟਪਟ ਉਸ ਪਾਸੇ ਮੁੜ ਆਉਂਦਾ ਹੈ। ਇੱਕ ਵਾਰੀ ਛੋਟੇ ਡੇਰੇ ਵਾਲੇ ਦੋਦਰ ਦੀ ਗੱਲ ਹੈ, ਸੰਦਰਵਾਰਾ ਸਿੰਘ, ਉਹ ਡੇਰੇ ਨੂੰ ਵੀ ਕੋਈ ਜ਼ਮੀਨ ਜਾਤ ਵਾਹਵਾ ਹੈਗੀ ਹੈ। ਉਹਨਾਂ ਨੇ ਜਿਹੜਾ ਬੋਰ ਜਿਹਾ ਸ਼ੁਰੂ ਕਰ ਲਿਆ, ਨਾ ਕੋਈ ਅਰਦਾਸ, ਨਾ ਕੋਈ ਪਤਾਸੇ, ਨਾ ਕੋਈ ਕੜਾਹ ਪ੍ਰਸ਼ਾਦ, 5-7 ਥਾਈਂ ਪਟ ਕੀਤਾ ਕਿਤੋਂ ਪਾਣੀ। ਉਹ ਛੇਟੇ ਡੇਰੇ ਵਾਲੇ ਸੰਤ ਜਾਗਰ ਸਿੰਘ ਜੀ ਉਸ ਬਾਤ ਦਾ ਸੀ, ਉਹ ਰੁਪਏ ਨਿਕਲੇ, ਉਹ ਕਹਿੰਦੇ ਕਣਿਆ ਪੀਣੇ ਗੁਰੂ ਨੂੰ ਮਨਾ ਲਿਆ ਸੀ, ਕੜਾਹ ਪ੍ਰਸ਼ਾਦ ਦੇਖਣਾ ਸੁਣਿਆ ਦਾ ਨਾਨਿਆ ਗੁਰਦੁਆਰੇ ਬਹਿ ਕੇ ਤੂੰ ਲੋਕਾਂ ਨੂੰ ਕਹਿੰਦਾ ਵੀ ਲੋਕਾਂ ਦੀਆਂ ਅਰਦਾਸਾਂ ਕਰਾਉਣਾ, ਆਪਦੀ ਕਰੀ ਨਹੀਂ। ਉਹਦੇ ਨਾਲ ਉਹਨਾਂ ਨੇ ਡੱਕਿਆ, ਉਹ ਕੜਾਹ ਪ੍ਰਸ਼ਾਦ ਦੇ ਕਰਕੇ ਸ਼ੁਰੂ ਕਰ ਲਿਆ, ਹੋ ਗਿਆ। ਅਰੇ ਆਪਣੇ ਖੇਤ ਦੀ ਗੱਲ ਇਹ ਵੀ ਨਹੀਂ ਕਰਿਆ ਤੇ ਮਹਾਰਾਜ ਨੇ ਦਿਖਾਤਾ ਵੀ ਲੱਕੜੀ ਚੱਲ। ਇਸੇ ਤਰ੍ਹਾਂ ਯੂਪੀ ਇੱਕ ਵਾਰੀ ਉੱਥੇ ਬਾਬਾ ਜੀ ਦਾ ਦੇਵਦਵਾ ਫਾਰਮ ਕਰੀਬ 25-26 ਮੁਰੱਬੇ ਹੈ। ਇੱਕ ਸਰਦਾਰ ਦੇ ਕੋਲ ਉਹਨੇ ਅੰਗਰੇਜ਼ਾਂ ਸਮੇਂ ਬਹਾਦਰੀ ਦਿਖਾਈ ਸੀ। ਉਹ ਕਹਿੰਦੇ ਜਿੱਥੋਂ ਤੱਕ ਜਹਾਜ਼ ਫਿਰ ਲਾ ਉੱਥੋਂ ਤੱਕ ਤੇ ਜ਼ਮੀਨ।
ਫਿਰ ਕਰਕੇ 2500-2600 ਮਰਬੇ ਤੋਂ ਵੱਧ ਸੀ ਉਹ, ਤੇ ਸਾਰੀ ਨਿਸ਼ਾਨਬੰਦੀ ਹੋ ਗਈ, ਲਿਖਤ ਪੜਤ ਹੋ ਗਈ। ਫਿਰ ਉਹਨੇ ਦੇਖ ਲਿਆ ਵੀ ਇੰਨੀ ਤਾਂ ਮੈਥੋਂ ਆਵਾਜ਼ ਹੋ ਨਹੀਂ ਸਕਦੀ ਹੈ। ਜਿੰਨੇ ਸਾਕ ਸੰਬੰਧੀ ਸਿਕਰੀ ਹੋਏ ਸਭ ਉਹਨੇ ਲਿਆ ਹੱਥ ਸਿੱਟੇ ਵੀ ਜਿੰਨੀ ਮਰਜ਼ੀ ਆਵਾਜ਼ ਕਰ ਲਓ, ਤੁਹਾਡੀ ਤੁਹਾਡੀ। ਜਿੰਨਾ ਕਿਸੇ ਦਾ ਬਲ ਪਿਆ ਉਨੀ ਉੱਪਰ ਟੁੱਟਾ ਕੇ ਸਰ ਖੜਾ ਜਾ ਤੇ ਆਵਾਜ਼ ਕਰ ਲਈ ਹੋ। ਫਿਰ ਖਿਆਲ ਆਇਆ ਵੀ ਚਲੋ ਇੱਥੇ ਆਪਾਂ ਛੋਟਾ ਜਿਹਾ ਗੁਰਦੁਆਰਾ ਬਣਾ ਲਈਏ, ਸੰਗਰਾਂਦ ਬੁਲਾ ਲਿਆ ਕਰਾਂਗੇ, ਗੁਰਪੁਰਬ ਬਣਾ ਲਿਆ ਕਰਾਂਗੇ। ਉਹ ਬਣ ਗਿਆ। ਪਰ ਜਿਹੜਾ ਨਰਕ ਹੈ ਇਹਨਾਂ ਨਾਲ ਉਹ ਮੱਥੇ ਲੱਗੇ ਨੇੜੇ ਤੇੜੇ ਜ਼ੋਰ ਲਾ ਰਹੇ। ਹਮ ਥੱਕ ਗਏ। ਆਸੇ ਪਾਸੇ ਦੂਰ ਦਰਾਡੇ ਸਾਰੇ ਪਾਣੀ ਨਿਕਲੀ ਜਾਏ, ਕੋਈ ਗੱਲ ਨੇੜੇ ਕੋਈ ਨਾ ਹੋਵੇ। ਸੰਤ ਗਿਆਨੀ ਮੋਹਨ ਸਿੰਘ ਜੀ ਜੱਥੇ ਸਮੇਤ ਉੱਥੇ ਚਲੇ ਗਏ। ਉਹ ਕਹਿੰਦੇ ਮਹਾਰਾਜ ਵੀ ਇੱਥੇ ਅੰਮ੍ਰਿਤ ਸੰਚਾਰ ਕਰੋ। ਉਹ ਕਹਿੰਦੇ ਵੀ ਪਹਿਲਾਂ ਖੂਹ ਦੇ ਜਲ ਦਾ ਪ੍ਰਬੰਧ ਕਰੋ, ਅਸੀਂ ਤਾਂ ਖੂਹ ਦੇ ਜਲ ਨਾਲ ਅੰਮ੍ਰਿਤ ਸੰਚਾਰ ਕਰਦੇ ਹਾਂ, ਦੂਜਾ ਬੋਰ ਦਾ ਪਾਣੀ ਨਹੀਂ ਲੈਂਦੇ। ਜਾਂ ਨਹਿਰ ਨੂਰ ਜਿੱਥੇ ਕਿਤੇ ਦੂਰ ਦਰਿਆ ਹੋਵੇ ਉਹ ਹੈ ਨਹੀਂ ਅਸੀਂ ਵਰਤਦੇ, ਇਹ ਸਾਡੀ ਮਰਜ਼ਾਦਾ ਹੈ। ਉਹ ਕਹਿੰਦੇ ਜੀ ਅਸੀਂ ਤਾਂ ਚਾਹੁੰਦੇ ਸੀ ਵੀ ਇੱਥੇ ਨੇੜੇ ਤੇੜੇ ਕੋਈ ਹੋ ਜਾਏ ਗੁਰਦੁਆਰੇ ਦੇ, ਅਸੀਂ ਤਾਂ ਟੱਕਰਾਂ ਮਾਰ ਲਈਆਂ ਇੱਥੇ। ਇਹ ਕਹਿੰਦੇ ਵੀ ਇੱਥੇ ਗੁਰਦੁਆਰੇ ਦੇ ਕੀੜੇ ਤੁਸੀਂ ਕੋਈ ਬਣਾਓ ਛੋਟੀ ਜਿਹੀ, ਚਲੋ ਨਾਲੇ ਤਾਂ ਕੜਾਹ ਪ੍ਰਸ਼ਾਦੀ ਦੇਖ ਸਮੇਂ ਕੋਈ ਮਰਜ਼ਾਦਾ ਰਹੇ ਜੂ, ਖੂਹ ਦਾ ਜਲ ਖੂਹ ਦਾ ਜਲ। ਬਾਕੀ ਵੀ ਅਮਰ ਸੰਚਾਰ ਨੂੰ ਹੋ ਜਾ ਕਰੂ, ਨੇੜੇ ਤੇੜੇ ਇੱਧਰ ਉੱਧਰ ਕਰਨਾ ਇੱਥੋਂ ਲੈ ਜਾਇਆ ਕਰਨਗੇ। ਕਹਿਣ ਲੱਗੇ ਜੀ ਅਸੀਂ ਤਾਂ ਹਮ ਥੱਕ ਗਏ, ਇੱਥੇ ਨਹੀਂ ਲੱਗਦਾ ਕੋਈ, ਤਾਂ ਕੀ ਲੱਗਣੀ ਇੱਥੇ ਤਾਂ ਨਰਕਾ ਵੀ ਨਹੀਂ ਲੱਗਦਾ। ਮਹਾਂਪੁਰ ਜੀ ਕਹਿੰਦੇ ਨਹੀਂ ਵੀ ਕੜਾਹ ਪ੍ਰਸ਼ਾਦੀ ਦੇਗ ਕਰਾ ਕੇ ਅਰਦਾਸ ਕਰਾ ਕੇ 5 ਸਿੰਘ ਜਿਹੜੇ ਤਿਆਰ ਪਰ ਤਿਆਰ ਉਹਨਾਂ ਤੋਂ ਟੱਕ ਲਗਾਓ, ਇਹ ਲਾਓ, ਪਾਣੀ ਨਿਕਲ ਆਓ। ਜਿੱਥੇ ਉਹ ਕਹਿੰਦੇ ਸੀ ਨਾ ਵੀ ਨਲਕਾ ਨਹੀਂ ਲੱਗਦਾ, ਸ਼ਾਮ ਨੂੰ ਸਿੰਘਾਂ ਨੇ ਪਟ ਕੇ ਹੇਠੋਂ ਪਾਣੀ ਕੱਢ ਮੱਤ ਨਾਲ ਲੈ ਵਿੱਚ ਦੇਖਿਆ। ਉਹ ਹੈਰਾਨ ਹੋ ਗਏ, ਕਹਿੰਦੇ ਜੀ ਤਾਂ ਟੱਕਰਾਂ ਮਾਰ ਮਾਰ ਕੇ ਥੱਕ ਗਿਆ। ਸ਼ਾਮ ਨੂੰ ਇਹਨਾਂ ਨੇ ਕੱਢ ਮਾਰਿਆ ਪਾਣੀ ਥੱਲੋਂ। ਅਗਲੇ ਦਿਨ ਅੰਮ੍ਰਿਤ ਸੰਚਾਰ ਕਰਨਾ ਵੀ ਉਸੇ ਜਲ ਨਾਲ ਹੀ, ਕੋਈ ਕਈ ਤਾਂ ਮੋਹਰੋਂ ਲੱਗੀ। ਜਾਣੀ ਇਸ ਤਰ੍ਹਾਂ ਜਦੋਂ ਗੁਰੂ ਦੀ ਪਰਮੇਸ਼ਰ ਦੀ ਅਸੀਂ ਆਗਿਆ ਲੈਂਦੇ, ਰਜਾ ਵਿੱਚ ਕਰਦੇ ਹਾਂ ਨਾ, ਫਿਰ ਉਹਦੇ ਵਿੱਚ ਆਹ ਨਹੀਂ ਚੱਕਰ ਪੈਂਦਾ। ਗੁਰਦਿੱਤਾ ਜੀ ਨੇ ਆਪਣੀ ਮਰਜ਼ੀ ਨਾਲ ਕਹੇ ਕਹਾਏ ਕਰਦੇ ਆ, ਵਾਹਿਗੁਰੂ ਦਾ ਉਧਰੋਂ ਨਹੀਂ ਇਸ਼ਾਰਾ ਲਿਆ। ਜੇ ਉਧਰੋਂ ਅਰਦਾਸ ਕਰ ਲੈਂਦੇ, ਇਸ਼ਾਰਾ ਲੈ ਲੈਂਦੇ, ਤੇ ਫਿਰ ਐਸਾ ਨਹੀਂ ਨਾ ਸਤਿਗੁਰੂ ਨੇ ਕਹਿਣਾ ਸੀ ਨਾ ਬਾਕੀ। ਉਹ ਰਜਾ ਤੋਂ ਉਲਟ ਹੋਣ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨਾਰਾਜ਼ ਹੋਏ, ਤੂੰ ਆਪਣੀ ਮਨਮਰਜ਼ੀ ਕਿਉਂ ਕੀਤੀ ਹੈ। ਕਰਤਾਰਪੁਰ ਸਾਹਿਬ ਵੀ ਉਹ ਐਸਾ ਉਹ ਕਰੀ ਰਿਹਾ ਨਹੀਂ, ਅਜੇ ਤਰਨਾਵਾ ਚੌਧਰੀ ਕੋਈ ਪਾਣੀ ਦੇ ਉੱਪਰ ਬੈਠਾ ਹੋਇਆ, ਚਾਦਰ ਜੀ ਵਿਛਾ ਕੇ, ਜਿਹੜੇ ਉਹ ਸਿੱਧਾ ਨਾਥਾਂ ਨੇ ਚੱਕਰ ਹਨੇਰੀਆਂ ਚਲਾ ਕੇ ਪੰਛੀ ਮਾਰਤੇ ਸੀ, ਉਹਨਾਂ ਨੂੰ ਉਡਾਈ ਜਾਂਦਾ ਸੀ। ਗੁਰੂ ਮਹਾਰਾਜ ਉਹ ਕਹਿਣ ਲੱਗੇ ਵੀ ਉੱਥੇ ਕਿਵੇਂ ਘੱਟ ਹੋਇਆ ਹੈ। ਸਿੱਧਨਾਥ ਕਹਿੰਦੇ ਤੁਹਾਡਾ ਚੇਲਾ ਹੈ ਜੀ, ਹੋਰ ਤੋਂ ਤਾਂ ਸਭ ਕੁਝ ਖੋਲਿਆ ਹੈ, ਉਹ ਤੁਹਾਡਾ ਚੇਲਾ ਦਿਖਾਉਂਦਾ ਸਾਰਾ ਮਰਿਆਂ ਨੂੰ ਚਾਹੁੰਦੇ ਕਰ ਡਾਈ ਜਾਂਦਾ ਹੈ। ਗੁਰੂ ਮਹਾਰਾਜ ਕਹਿੰਦੇ ਇਹਨੂੰ ਬੁਲਾਓ ਲਿਆ ਸਾਡੇ ਕੋਲ। ਰਜਾ ਤੋਟ ਕਿਵੇਂ ਕਰ ਰਿਹਾ ਹੈ। ਪਹਿਲਾਂ ਇਹਨਾਂ ਨੇ ਰਜਾ ਤੋਟ ਸਾਰਾ ਸਿੱਧੀ ਦਾ ਕਿ ਹਨੇਰੀ ਚੱਕਰ ਲਾਈ, ਪੰਛੀ ਮਰਾਏ,
ਇਹ ਉੱਟ ਕਰਦੇ ਇਹ ਕੌਣ ਹੈ? ਫਿਰ ਸਦਿਆ ਵੀ ਤੈਨੂੰ ਕਿਹਨੇ ਕਿਹਾ ਹੈ? ਇਹਦਾ ਹੁਕਮ ਹੈ। ਵਾਹ, ਗੁਰੂ ਨਾਨਕ ਸਾਹਿਬ ਜੀ ਉਧਰ ਬਸ ਚੱਕ ਕੇ ਨੇ ਮੱਥਾ ਜਿਹਾ ਟੇਕਿਆ, ਬਸ ਖੋਲਿਆ ਸਾਰਾ ਕੁਝ। ਕਹਿੰਦੇ ਲੱਕੜੀ ਚੱਲ ਹੋ ਜਾਂਦੇ ਕੜਾਈ ਚੱਲ ਬਣ ਗਿਆ ਲਪੋੜ ਸੰਖ ਨਮੋ ਝੁਨਾ ਜਾ ਹੋ ਕੇ ਬਹਿ ਗਿਆ। ਜਦੋਂ ਕੋਈ ਗੁਰੂ ਦੀ ਆਗਿਆ ਦਾ, ਪਰਮੇਸ਼ਰ ਦੇ ਹੁਕਮ ਦੀ ਉਲੰਘਣਾ ਹੁੰਦੀ ਹੈ ਨਾ, ਉਦੋਂ ਫਿਰ ਇਹੋ ਜਿਹਾ ਭਾਣਾ ਵਰਤ ਜਾਂਦਾ ਹੈ। ਉਹਨੇ ਖੜੇ ਮੱਥੇ ਮੰਨਿਆ ਗੁਰਦਿੱਤਾ ਜੀ ਮੇਰੀ ਹਾਂ ਇਹ ਗਲਤੀ ਭੁੱਲ ਹੋਈ ਹੈ। ਜੋ ਪਿਤਾ ਗੁਰੂ ਜੀ ਨੇ ਸਜ਼ਾ ਲਾਈ ਵੀ ਜਦ ਤੂੰ ਰਹੇਗਾ ਜਾਂ ਅਸੀਂ ਰਹਾਂਗੇ। ਇਹੋ ਜਿਹੜੀ ਗੁਰੂ ਜੀ ਦੀ ਕੀਤੀ ਹੈ ਨਾ, ਤੂੰ ਪਰਮੇਸ਼ਰ ਦੇ ਹੁਕਮ ਤੋਂ ਉਲਟ ਹੋ ਕੇ, ਉਹਦਾ ਤਾਂ ਹੁਣ ਸਮਾਂ ਆਇਆ ਹੋਇਆ ਸੀ, ਇਹਦੇ ਰਾਹੀਂ ਉਹਨੇ ਮਰਨਾ ਸੀ ਤੇ ਤੂੰ ਹੁਣ ਦਖਲਅੰਦਾਜ਼ੀ ਕੀਤੀ ਹੈ। ਫਿਰ ਤੂੰ ਇਹਦੇ ਥਾਂ ਸਮਾਂ ਦੇ, ਆਪਣੀ ਜ਼ਿੰਦਗੀ ਦੇ, ਇਹਨੂੰ ਜਿਉਂਦੇ ਰੱਖਣਾ। ਇਹਨੇ ਖੜੇ ਮੱਥੇ ਦਿੱਤੀ ਜ਼ਿੰਦਗੀ। ਇਸੇ ਕਰਕੇ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਇਹਦੇ ਤੇ ਪ੍ਰਸੰਨ ਹੋ ਗਏ। ਉਹ ਜਿਵੇਂ ਗੁਰਦਿੱਤਾ ਜੀ ਪਰਲੋਕ ਗਮਨ ਕਰ ਗਏ ਸੀ ਉੱਚੇ ਪਹਾੜ ਉੱਪਰ, ਉਹ ਪ੍ਰਸੰਗ ਆਪਾਂ ਸਾਰਾ ਸੁਣਿਆ ਸੀ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਨਜ਼ਰਸਾਨੀ ਹੇਠ ਆਪਣੇ ਪੋਤਰੇ ਹਰਾਏ ਸਾਹਿਬ ਰਾਹੀਂ ਸਾਰੀ ਸ੍ਰੀ ਗੁਰਦਿੱਤਾ ਜੀ ਦੀ ਕਰਮ ਕਿਰਿਆ ਅੰਤਮ ਸੰਸਕਾਰ ਕਰਾਈ। ਉਹ ਪ੍ਰਸੰਗ ਆ ਗਿਆ। ਸਾਰੇ ਅਸੀਂ ਸੁਣੀਏ ਜੀ। ਲਹਿ ਸੁਧ ਤੂਰਨ ਸੁਰ ਸਰਬ। ਇੱਧਰ ਜਦੋਂ ਗੁਰਦਿੱਤਾ ਜੀ ਸੱਚਖੰਡ ਗਮਨ ਕਰ ਗਏ ਨੇ, ਜਿੰਨੇ ਸਵਰਗ ਦੇ ਦੇਵਤੇ ਹੈ ਛੇਤੀ ਹੋ ਸ੍ਰੀ ਗੁਰਦਿੱਤਾ ਜੀ ਦੇ ਜੋਤੀ ਜੋਤ ਸਮਾਨ ਦੀ ਖਬਰ ਲੈ ਕੇ ਚੜੇ ਵਿਮਾਨ ਪਰ ਪਿਆ। ਸਾਰੇ ਆਪੋ ਆਪੇ ਵਿਮਾਨਾਂ ਤੇ ਚੜ ਕੇ ਚੱਲ ਪਏ ਬੜੀ ਛੇਤੀ। ਗੁਰ ਸੁਤ ਕੇ ਤਨ ਤਜਨ ਤੇ। ਹਾਂ, ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਸੁਪੁੱਤਰ ਦੇ ਸਰੀਰ ਛੱਡਣ ਕਰਕੇ ਆਏ ਮੰਗਲ ਠਾਨ। ਆਕਾਸ਼ ਵੀ ਆ ਗਏ, ਬੜੇ ਭਾਰੇ ਮੰਗਲਾਚਾਰ ਕਰ ਰਹੇ, ਖੁਸ਼ੀਆਂ ਮਨਾ ਰਹੇ ਹਨ। ਚੌਪਈ ਜੈ ਜੈ ਮੁਖ ਤੇ ਸ਼ਬਦ ਉਚਾਰੇ। ਬਾਬਾ ਗੁਰਦਿੱਤਾ ਜੀ ਤੁਹਾਡੀ ਜੈ ਹੋਵੇ, ਤੁਹਾਡੀ ਜੈ ਹੋਵੇ, ਫਤਿਹ ਹੋਵੇ। ਉਹ ਮੁਖੋਂ ਬਚਨ ਕਹਿ ਰਹੇ ਦੇਵਤੇ। ਕੁਸ ਮਾਜੁਲ ਕੋ ਭਰ ਭਰ ਡਾਰੇ। ਫੁੱਲਾਂ ਦੇ ਜਿਹੜੇ ਬੁੱਕ ਹੈ ਉਹ ਭਰ ਕੇ ਸ੍ਰੀ ਗੁਰਦਿੱਤਾ ਜੀ ਦਾ ਜਿੱਥੇ ਉਹ ਸਰੀਰ ਪਿਆ ਹੈ ਉੱਥੇ ਉਹ ਸੁੱਟ ਰਹੇ ਨੇ। ਭਗਵਾਨ ਦੇ ਉੱਪਰ ਦੀਪਾਂ ਵਰਸਾ ਰਹੇ ਹਨ। ਅਨਕ ਅਪਸਰਾ ਹਰਖਤ ਨਾਚੈ ਹੈ। ਹੋਰ ਜਿਹੜੀਆਂ ਅਪਸਰਾਂ ਅਨੇਕਾਂ ਦੀ ਗਿਣਤੀ ਵਿੱਚੋਂ ਖੁਸ਼ੀਆਂ ਵਿੱਚ ਨੱਚ ਰਹੀਆਂ ਹਨ। ਗਾਵਹਿ ਗੀਤ ਮਧੁਰ ਸੁਰ ਰਾਚੈ ਹੈ। ਮਿੱਠੀ ਮਿੱਠੀ ਆਵਾਜ਼ ਚੰਦਲੀਨ ਹੋ ਕੇ ਗੀਤ ਗਾਉਂਦੀਆਂ ਹਨ। ਸਭਨ ਸੁਰਨ ਆਬ ਬੰਦਨ ਕੀਨ। ਜਿੰਨੇ ਸਾਰੇ ਦੇਵਤੇ ਹਨ ਉਹਨਾਂ ਨੇ ਆ ਕੇ ਸ੍ਰੀ ਗੁਰਦਿੱਤਾ ਜੀ ਨੂੰ ਨਮਸਕਾਰਾਂ ਕੀਤੀਆਂ ਹਿਰਦੇ ਦੀ ਸ਼ਰਧਾ ਭਾਵਨਾ ਨਾਲ। ਕਹਿਓ ਕਰਹੋ ਪ੍ਰਸਥਾਨ ਪ੍ਰਬੀਨ। ਹੱਥ ਜੋੜ ਕੇ ਸਾਰੇ ਦੇਵਤਿਆਂ ਨੇ ਕਿਹਾ, ਹੇ ਗੁਰੂ ਕੇ ਸੁਪੁੱਤਰ ਸਭ ਤੋਂ ਸਿਆਣੇ ਨਾਗ ਜੀ, ਸਾਡੇ ਨਾਲ ਸੱਚਖੰਡ ਨੂੰ ਚੱਲਣਾ ਕਰੋ। ਸਭ ਦੇਵਨ ਕੋ ਬੜ ਉਤਸ਼ਾਹ। ਸ੍ਰੀ ਗੁਰਦਿੱਤਾ ਜੀ ਦੇ ਸੱਚਖੰਡ ਗਮਨ ਕਰਨ ਸਮੇਂ ਸਾਰੇ ਦੇਵਤਿਆਂ ਦੇ ਵਿੱਚ ਬੜਾ ਚਾਅ ਉਤਸ਼ਾਹ ਹੈ। ਸ਼ੁਭ ਆਗਮਨ ਜਿਨ ਕੈ ਪਾਹੂ। ਕਰੀ ਜਾਣਾ ਸ਼ੁਭ ਆਗਮਨ ਜਾਨ ਕੈ ਪਾਹੂ। ਬੜਾ ਸੋਹਣਾ ਜਿਹੜਾ ਆਉਣਾ ਹੈ ਸ੍ਰੀ ਗੁਰਦਿੱਤਾ ਜੀ ਦੇ ਆਪਣੇ ਪਾਸ। ਖਾਸਟਮ ਗੁਰ ਕੋ ਸੁਭਟ ਸਪੂਤ। ਕਿਉਂਕਿ ਛੇਵੇਂ ਸਤਿਗੁਰੂ ਹਰਗੋਬਿੰਦ ਸਾਹਿਬ ਦਾ ਸੁਪੁੱਤਰ ਹੈ ਤੇ ਫਿਰ ਦੂਜਰਾ ਇਹ ਬੜਾ ਸੂਰਬੀਰ ਬਹਾਦਰ ਵੀ ਹੈ ਸ੍ਰੀ ਗੁਰਦਿੱਤਾ। ਸਪਤਮ ਗੁਰ ਕੋ ਪਿਤ ਮਤ ਪੂਤ। ਦੂਜਾ ਵੀ ਸਤਵੇਂ ਪਾਤਸ਼ਾਹ ਜੋ ਸਤਿਗੁਰੂ ਹਰਿਰਾਏ ਸਾਹਿਬ ਜੀ, ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਬਾਅਦ ਗੁਰਤਾ ਗੱਦੀ ਦੇ ਉੱਪਰ ਬੈਠਣਾ ਹੈ, ਉਹ 'ਤੇ 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 '
ਉਹਨਾਂ ਦਾ ਇਹ ਪਿਤਾ ਹੈ ਬੜਾ ਪਵਿੱਤਰ ਬੁੱਧੀ ਵਾਲਾ। ਧੰਨਿਆ ਧੰਨਿਆ ਕਹਿ ਕਾਰ ਲੈ ਗਏ। ਧੰਨ ਹੋ ਬਾਬਾ ਗੁਰੂ ਦਿੱਤਾ ਜੀ, ਧੰਨ ਹੋ ਤੁਸੀਂ ਉਸ ਸ੍ਰੀ ਦੇ ਬਚਨ ਕਹਿੰਦੇ ਹੋਏ ਲੈ ਕੇ ਚਲੇ ਗਏ ਨੇ। ਸਾਜ ਆਰਤੀ ਦਰਸਤ ਪਏ। ਹਾਂ, ਜਦੋਂ ਦੇਵ ਲੋਕ ਵਿੱਚ ਵਿਵਾਨ ਗਿਆ ਹੈ, ਦੀਵੇ ਜਗਾਏ, ਆਰਤੀ ਸਜਾਈ ਅਤੇ ਦਰਸ਼ਨ ਕੀਤੇ ਸਭ ਨੇ। ਸਭ ਸੁਰ ਗਮਨੇ ਜਾਏ ਪਿਛਾਰੀ। ਦੇਵ ਲੋਕ ਤੋਂ ਵੀ ਅੱਗੇ ਜਿੰਨੇ ਸਾਰੇ ਦੇਵਤੇ ਸ੍ਰੀ ਗੁਰੂ ਦਿੱਤਾ ਜੀ ਦੇ ਵਿਵਾਨ ਦੇ ਪਿੱਛੇ ਪਿੱਛੇ ਚਲੇ ਜਾ ਰਹੇ ਹਨ। ਗੁਰ ਸੋਤ ਦਿਪ ਹੈ ਬਿਮਾਨ ਅਗਾਰੀ। ਹਾਂ, ਗੁਰੂ ਹਰਗੋਬਿੰਦ ਸਾਹਿਬ ਦੇ ਸੁਪੁੱਤਰ ਸ੍ਰੀ ਗੁਰੂ ਦਿੱਤਾ ਜੀ ਦਾ ਜਿਹੜਾ ਵਿਵਾਨ ਅੱਗੇ ਜਾਂਦਾ ਪ੍ਰਕਾਸ਼ ਰਿਹਾ ਹੈ। ਤੇਜ ਸਹਿਤ ਸੂਰਜ ਜਨ ਜਾਈ। ਜਿਹੜਾ ਵਿਵਾਨ ਇਉਂ ਦਿਸਦਾ ਜਿਵੇਂ ਤੇਜੀ ਦੇ ਸੇਤ ਸੂਰਜ ਜਾਣੀ ਜਾਂਦਾ ਹੋਵੇ, ਜਿਵੇਂ ਸੂਰਜ ਚਲਿਆ ਜਾਂਦਾ ਹੋਵੇ ਨਾ, ਇਸ ਤਰ੍ਹਾਂ ਤੇਜ ਵਿਵਾਨ ਜਾ ਰਿਹਾ ਆਕਾਸ਼ ਵਿੱਚ। ਗੀਰਬਾਨ ਉਡਗਨ ਸਮਦਾਈ। ਜਿੰਨੇ ਦੇਵਤੇ ਹਨ ਉਹ ਜਿਵੇਂ ਬਹੁਤੇ ਤਾਰੇ ਨਾਲ ਜਾ ਰਹੇ ਹਨ ਸੂਰਜ ਦੇ। ਜਹ ਜਹ ਸਕਤ ਸੁਰਨ ਕੀ ਜਾਵਨ। ਜਿੱਥੇ ਜਿੱਥੇ ਤੱਕ ਦੇਵਤਿਆਂ ਦੀ ਕੋਈ ਸ਼ਕਤੀਆਂ ਦੀ ਤਾਕਤ ਹੈ, ਤਹਿਲਾ ਸਭ ਹਿਨ ਕੀਨ ਪੁਚਾਵਨ। ਉਥੋਂ ਤਿਕਰ ਜੈ ਜੈਕਾਰ ਫਲ ਬਰਸਾਉਂਦਿਆਂ ਹੋਇਆਂ ਸ੍ਰੀ ਗੁਰੂ ਦਿੱਤਾ ਜੀ ਨੂੰ ਪਹੁੰਚਾਉਣਾ ਕੀਤਾ ਹੈ। ਕਰ ਕਰ ਬੰਧਨ ਹਟੇ ਪਿਛਾਰੀ। ਕਿਉਂਕਿ ਦੇਵਤਿਆਂ ਦੇ ਵਿੱਚ ਵੀ ਤਾਕਤ ਹੈ ਵੀ ਜਿੱਥੋਂ ਤੱਕ ਜਾ ਸਕਦੇ ਉੱਥੋਂ ਅੱਗੇ ਨਹੀਂ ਉਹ ਜਾ ਸਕਦੇ ਹਨ। ਇਸ ਕਰ ਦੇਖਿਆ ਵੀ ਅਸੀਂ ਇੱਥੋਂ ਅੱਗੇ ਨਹੀਂ ਜਾ ਸਕਦੇ ਹਾਂ। ਇਹ ਸਾਰਿਆਂ ਨੇ ਨਮਸਕਾਰਾਂ ਕੀਤੀਆਂ ਤੇ ਪਿੱਛੇ ਨੂੰ ਵਾਪਸ ਪਰਤਣਾ ਕੀਤਾ। ਗੁਰ ਸੁਤ ਗਮਨਿਓ ਜਾਤ ਅਗਾਰੀ। ਔਰ ਗੁਰੂ ਕਾ ਸੁਪੁੱਤਰ ਸ੍ਰੀ ਗੁਰੂ ਦਿੱਤਾ ਜੀ ਵਿਵਾਨ ਵਿੱਚ ਚੜਿਆ ਅੱਗੇ ਸੱਚਖੰਡ ਵੱਲ ਨੂੰ ਚਲਾ ਜਾ ਰਿਹਾ ਹੈ। ਸਭ ਸੁਰਪੁਰ ਕੋ ਹੇਰਤ ਜਾਏ। ਜਿੰਨੇ ਰਸਤੇ ਵਿੱਚ ਦੇਵਤਿਆਂ ਦੀਆਂ ਪੁਰੀਆਂ ਹਨ, ਉੱਚੀਆਂ ਨੀਵੀਆਂ, ਸਾਰਿਆਂ ਨੂੰ ਵੇਖਦਾ ਜਾਂਦਾ ਹੈ। ਅਤ ਆਨੰਦ ਕੋ ਹਿਰਦੇ ਸਮਾਏ। ਆਪਣੇ ਹਿਰਦੇ ਵਿੱਚ ਬੜਾ ਭਾਰੀ ਆਨੰਦ ਸਮਾਇਆ ਹੈ ਸ੍ਰੀ ਗੁਰੂ ਦਿੱਤਾ ਜੀ ਦੇ। ਪੁਨ ਗੁਰਪੁਰ ਲੋ ਪਹੁੰਚਿਓ ਜਾਈ। ਖੀਰੀ ਕਹਿੰਦੇ ਜਿੱਥੇ ਗੁਰਪੁਰੀ ਹੈ ਸੱਚਖੰਡ ਉੱਥੇ ਜਾ ਪਹੁੰਚਾ ਹੈ। ਮਿਲੇ ਸਭਨ ਸੋ ਬੰਧਨ ਗਾਈ। ਹੋਰ ਜਿੰਨੇ ਗੁਰੂ ਕੇ ਸਿੱਖ ਸ਼ਹੀਦੀਆਂ ਪ੍ਰਾਪਤ ਕਰਕੇ ਸੱਚਖੰਡ ਗਾਏ ਹਨ, ਜਾਣਦੇ ਹੀ ਉਹ ਸਾਰਿਆਂ ਨੂੰ ਮਿਲੇ ਜੁੜੇ ਹਨ। ਅਚੁੱਤ ਪਦ ਮਹਿ ਜਾਏ ਬਿਰਾਜੇ। ਜਿਹੜਾ ਉਹਦਾ ਕਹਿੰਦੇ ਅਚਲ ਰਹਿਣ ਵਾਲਾ ਹੈ ਉਸ ਅਹੁਦੇ ਤੇ ਜਾ ਬਿਰਾਜਮਾਨ ਹੋਏ। ਜਿਨ ਕੇ ਨਾਮ ਲੇਤ ਅਗ ਭਾਜੇ। ਜਿਸ ਗੁਰੂ ਦਿੱਤਾ ਜੀ ਦਾ ਨਾਮ ਲਿਆ ਜਾਂ ਜਿਸ ਅਚਲ ਪਦਵੀ ਦਾ ਮਾਲਕ ਵਾਹਿਗੁਰੂ ਹੈ, ਕਹਿੰਦੇ ਨਾਮ ਲਿਆ ਸਾਰੇ ਦੁੱਖ ਭਜਦੇ ਟੁੱਟਦੇ ਹੈ। ਇਤ ਕੀਰਤ ਪੁਰ ਮਹਿ ਜੇ ਦਾਸ। ਇਹ ਸ੍ਰੀ ਕੀਰਤਪੁਰ ਸਾਹਿਬ ਦੇ ਵਿੱਚ ਜੋ ਸ੍ਰੀ ਗੁਰੂ ਦਿੱਤਾ ਜੀ ਦੀ ਸੇਵਾ ਕਰਨ ਵਾਲੇ ਦਾਸ ਹਨ, ਸੇਵਾ ਹੇਤ ਰਹਿਤ ਨਿਜ ਪਾਸ। ਇਹਨਾਂ ਦੀ ਸੇਵਾ ਕਰਨ ਵਾਸਤੇ ਹਮੇਸ਼ਾ ਹਜ਼ੂਰੀ ਵਿੱਚ ਰਹਿੰਦੇ, ਕੋਲ ਰਹਿੰਦੇ ਸਨ। ਲੱਗੇ ਬਿਲੋਕਨ ਦ੍ਰਿਸ਼ਟ ਨ ਆਵੈ। ਉਹ ਸੇਵਕ ਦੇਖਣ ਲੱਗੇ ਹਨ ਸ੍ਰੀ ਗੁਰੂ ਦਿੱਤਾ ਜੀ ਕਿਸੇ ਪਾਸੇ ਨਜ਼ਰ ਨਹੀਂ ਆਉਂਦੇ ਹਨ। ਇਤ ਉਤ ਖੋਜਤ ਕਹੂੰ ਨ ਪਾਵੈ। ਇਧਰ ਉਧਰ ਢੂੰਡਦੇ ਫਿਰਦੇ ਕਿਤੇ ਭੇਦ ਨਹੀਂ ਪਾਉਂਦੇ ਹਨ। ਪੂਜਤ ਵਿਚਰਤ ਜਹ ਕਹਿ ਜਾਏ। ਜਿੱਥੇ ਕਿਤੇ ਜਾ ਕੇ ਹੋਰਨਾਂ ਤੋਂ ਪੁੱਛਦੇ ਫਿਰਦੇ ਹਨ। ਜਿਨ੍ਹੋ ਪਿਖੇ ਤਿਨ ਦੀਨ ਬਤਾਏ। ਇਹਨਾਂ ਨੇ ਸ੍ਰੀ ਗੁਰੂ ਦਿੱਤਾ ਜੀ ਨੂੰ ਪਹਾੜ ਵੱਲ ਨੂੰ ਜਾਂਦਿਆਂ ਦੇਖਿਆ ਸੀ, ਉਹਨਾਂ ਨੇ ਦੱਸ ਦਿੱਤਾ ਇਹਨਾਂ ਨੂੰ। ਪੁਰ ਤੇ ਵਹਿਰ ਗਏ ਗਿਰ ਔਰ। ਜਿਹੜਾ ਕੀਰਤਪੁਰ ਸ਼ਹਿਰ ਹੈ, ਕੀਰਤਪੁਰ ਹੈ ਨਾ, ਇੱਥੋਂ ਕਹਿੰਦੇ ਆ ਬਾਹਰ ਜਿਹੜਾ ਪਹਾੜ ਹੈ ਨਾ ਉੱਚਾ, ਇਸੀ ਤਰਫ ਨੂੰ ਗਏ ਆ। ਇਕਾਂਕੀ ਸਭ ਸੰਗੀ ਛੋਰ। ਅਸੀਂ ਦੇਖਿਆ ਸੀ ਗੁਰੂ ਦਿੱਤਾ ਜੀ ਇਕੱਲੇ ਹੀ ਸਨ, ਹੋਰ ਸੰਗੀ ਸਾਥੀ ਉਹਨਾਂ ਨੇ ਛੱਡੇ ਕੋਈ ਨਾਲ ਨਹੀਂ ਸੀ। ਸੁਨਤ ਦਾਸ ਹਿਤ ਸੇਵਾ ਧਾਏ। ਉਹਨਾਂ ਲੋਕਾਂ ਤੋਂ ਸੁਣ ਕੇ ਦਾਸ ਜਿਹੜੇ ਹਨ ਫਿਰ ਸੇਵਾ ਲਈ ਦੌੜੇ ਪਹਾੜ ਵੱਲ ਨੂੰ। ਹਮ ਹੋ ਪ੍ਰਤੀਖਤ ਹੋਇ ਕਿਤ ਥਾ।
ਕਿਉਂਕਿ ਆਏ। ਮਨ ਵਿੱਚ ਵਿਚਾਰਦੇ ਹਨ ਵੀ ਕਿਸੇ ਥਾਂ ਸਾਨੂੰ ਉਡੀਕਦੇ ਪਏ ਹੋਣਗੇ। ਉਤਹੁ ਗਏ ਸੁਬੂਜਤ ਦਾਸ। ਜਿਹੜੇ ਸੰ ਗੁਰਦਿੱਤਾ ਜੀ ਦੇ ਸੇਵਕ ਪੁੱਛਦੇ ਪੁੱਛਦੇ ਉਸੇ ਤਰਫ ਨੂੰ ਹੀ ਚਲੇ ਗਏ ਜਿੱਧਰ ਗੁਰਦਿੱਤਾ ਜੀ ਗਏ ਸਨ। ਚੱਡੇ ਉਤੰਗ ਥਾਨ ਤਿਸ ਪਾਸ। ਉਹ ਸਵੇਰੇ ਜਿਹੜਾ ਉੱਚਾ ਜਾ ਥਾਂ ਹੈ ਉੱਥੇ ਕਹਿੰਦੇ ਜਾ ਪੜੇ ਹਨ। ਜਾਏ ਬਿਲੋਕੇ ਪੌੜਨ ਕਰੇ। ਉੱਚੇ ਪਹਾੜ ਤੇ ਜਾ ਕੇ ਵੇਖਣਾ ਕਰਾ। ਸ੍ਰੀ ਗੁਰਦਿੱਤਾ ਜੀ ਕਹਿੰਦੇ ਇਸ ਤਰ੍ਹਾਂ ਇਹ ਲਿਟਣਾ ਕੀਤਾ ਧਰਤੀ ਤੇ ਪਏ ਹੋਏ। ਕਹਾ ਕੀਨ ਅਵਨੀ ਪਰ ਪਰੇ। ਸੇਵਕ ਦੂਰੋਂ ਦੇਖ ਰਹੇ ਹੈ ਵੀ ਇਹ ਸ੍ਰੀ ਗੁਰਦਿੱਤਾ ਜੀ ਨੇ ਕਿਵੇਂ ਕੀਤਾ ਹੈ। ਇਸ ਤਰ੍ਹਾਂ ਪਹਾੜ ਤੇ ਕਿਵੇਂ ਪਏ ਹੇਠਾਂ ਹੀ। ਸਦਨ ਪ੍ਰਿਅੰਕ ਛੋਰ ਕਰ ਆਏ। ਕਰਦੇ ਵੇਖੋ ਕਿਹੋ ਜਿਹੇ ਸੋਹਣੇ ਪਣ ਸੀ ਉਹਦੇ ਤੇ ਕਿਉਂ ਨਾ ਬਰਾਜੇ। ਉਹ ਕਿਉਂਕਿ ਕਿਉਂ ਛੱਡ ਕੇ ਆ ਗਏ। ਹਮ ਕਿਸਹੂ ਕੋ ਸੰਗ ਨਾ ਇਹ ਸ੍ਰੀ ਲਿਆਏ। ਗੁਰਦਿੱਤਾ ਜੀ ਸਾਨੂੰ ਕਿਸੇ ਨੂੰ ਆਪਣੇ ਨਾਲ ਕਿਉਂ ਨਹੀਂ ਲੈ ਕੇ ਆਏ। ਬੜੀ ਹੈਰਾਨੀ ਦੀ ਗੱਲ। ਕਰ ਤੂਰਨ ਤਾ ਨਿਕਟ ਸੁਜਾਏ। ਕਿਉਂ ਦੂਰੋਂ ਦੇਖ ਕੇ ਬੜੀ ਤੇਜ਼ੀ ਕਰਕੇ ਕੋਲ ਜਾ ਕੇ ਲੱਗੇ ਬਿਲੋਕਨ ਸਵਾਸ ਨ ਆਏ। ਸ੍ਰੀ ਗੁਰਦਿੱਤਾ ਜੀ ਨੂੰ ਜਾ ਕੇ ਵੇਖਣ ਲੱਗੇ ਸੇਵਕ ਜੋ ਮੁਖ ਵਿੱਚ ਸੁਆਸ ਹੀ ਨਹੀਂ ਆ ਰਿਹਾ ਹੈ। ਸਾਈ ਨਹੀਂ ਚੱਲ ਰਹੇ। ਜਿਸਮੇ ਬਾਹਰੋ ਹਾਥ ਲਗਾਇਓ। ਇਹ ਜਦੋਂ ਹੱਥ ਜਾ ਲਗਾਇਆ ਸਰੀਰ ਨੂੰ ਨਬਜ ਦੇਖੀ ਹੈ ਫਿਰ ਤਾਂ ਚਲਦੀ ਹੈਰਾਨ ਹੀ ਹੋ ਗਏ। ਚਰਨ ਪਲੋਟਤ ਚਹਿਤ ਜਗਾਇਓ। ਇੱਕ ਚਰਨਾਂ ਨੂੰ ਚਸ ਕੇ ਮੁੱਠੀ ਚਾਪੀ ਜੀ ਕਰਕੇ ਹਿਲਾ ਚਲਾ ਕੇ ਸ੍ਰੀ ਗੁਰਦਿੱਤਾ ਨੂੰ ਕੀ ਜਗਾਇਆ ਵੀ ਚਾਹੁੰਦੇ। ਨਿਸਚੈ ਭਈ ਜਬੈ ਔਰ ਮਾਹੀ। ਜਦੋਂ ਕਹਿੰਦੇ ਹਿਰਦੇ ਵਿੱਚ ਐਨ ਪੱਕੀ ਕਹਿੰਦੇ ਉਹ ਨੀਚੇ ਵਾਲੀ ਗੱਲ ਹੋ ਗਈ ਯਕੀਨ ਹੋਇਆ ਆ। ਧਾਏ ਆਏ ਇੱਕ ਸਤਿਗੁਰ ਪਾਹੀ। ਇਹ ਤਾਂ ਲੱਗਦਾ ਵੀ ਸਰੀਰ ਛੱਡ ਕੇ ਇੱਕ ਸੇਵਕ ਦੌੜ ਕੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਆ ਗਿਆ ਹੈ। ਕੀ ਕੂਕ ਨਿਕਟ ਹੋਏ ਮਾਰੀ। ਗੁਰੂ ਹਰਗੋਬਿੰਦ ਸਾਹਿਬ ਦੇ ਬਹੁਤ ਨੇੜੇ ਆ ਕੇ ਉਸਨੇ ਉੱਚੀ ਦੇ ਕੇ ਕੂਕ ਜੀ ਮਾਰਨਾ ਕੀਤੀ ਹੈ। ਨਿਕਸੀ ਨੈਣਨ ਤੇ ਜਲ ਧਾਰੀ। ਜੋ ਸੇਵਕ ਨੇਤਨ ਦੇ ਨੇਤਰਾਂ ਦੇ ਵਿੱਚੋਂ ਪਾਣੀ ਦੀਆਂ ਧਾਰਾਂ ਨਿਕਲੀਆਂ ਅਥਰੂ ਡਿੱਗੇ ਹੈ। ਦੂਜਨ ਕੀਨ ਕਹਾ ਤੁਝ ਗੁਰੂ ਭਇਓ। ਹਰਗੋਬਿੰਦ ਸਾਹਿਬ ਜੀ ਨੇ ਕੂਕਾਂ ਜੀਆਂ ਮਾਰਦਾ ਦੇਖ ਕੇ ਪੁੱਛਣਾ ਕੀਤਾ ਵੀ ਤੈਨੂੰ ਕੀ ਹੋ ਗਿਆ ਹੈ। ਕਿਉ ਰੋਦਨ ਤੁਮ ਐਸੋ ਕੀਓ। ਇਹ ਕੂਕ ਜੀ ਮਾਰ ਕੇ ਕਿਵੇਂ ਤਾਂ ਰੋਣਾ ਸ਼ੁਰੂ ਕੀਤਾ ਹੈ। ਸੁਨ ਗੁਰ ਤੇ ਬੋਲਿਓ ਤਬ ਦਾਸ। ਉਹ ਜਿਹੜਾ ਦਾਸ ਸੀ ਤਦੋਂ ਸਤਿਗੁਰਾਂ ਤੋਂ ਸੁਣ ਕੇ ਫਿਰ ਬੋਲਿਆ ਚੱਲਿਆ। ਪੁੱਤਰ ਆਪ ਕੋ ਵੱਡ ਗੁਣ ਰਾਸ। ਇਹ ਗੁਰੂ ਹਰਗੋਬਿੰਦ ਸਾਹਿਬ ਆਪ ਜੀ ਦਾ ਜਿਹੜਾ ਵੱਡਾ ਸੁਪੁੱਤਰ ਸ੍ਰੀ ਗੁਰਦਿੱਤਾ ਸੋ ਗੁਣਾ ਦਾ ਖਜ਼ਾਨਾ ਹੈ ਸੀ। ਉੱਚੇ ਥਲ ਪਰ ਕੁਸਾਡ ਸਾਰਾ ਸਾਰੀ। ਕੀ ਦੱਸਾਂ ਉੱਚੇ ਪਹਾੜ ਤੇ ਘਾਪੂਸ ਜਾ ਵਿਛਾ ਕੇ ਪੌਡੇ ਪ੍ਰਾਨ ਨਹੀਂ ਵਿੱਚ ਰਤ ਪਾਈ। ਲੱਡੇ ਹੋਏ ਹੈ ਤੇ ਸਰੀਰ ਵਿੱਚ ਪ੍ਰਾਣ ਤਾਂ ਪਏ ਨਹੀਂ ਦੇਤੇ ਸਵਾਸ ਤਾਂ ਨਿਕਲ ਗਏ ਹਨ। ਸੁਨ ਕਰ ਸਭ ਤੇ ਅੰਤਰ ਜਾਮੀ। ਹੋਰ ਜਿਹੜੇ ਦਾਸ ਸਨ ਉਹ ਵੀ ਆ ਗਏ ਸਾਰਿਆਂ ਤੋਂ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਅੰਦਰ ਦੀਆਂ ਜਾਣਨ ਵਾਲੇ। ਉਠ ਤੁਰਤ ਸੇਵਕ ਅਨੁਗਾਮੀ। ਜੋ ਸੇਵਕਾਂ ਦੇ ਅਨੁਸਾਰ ਚੱਲਣ ਵਾਲੇ ਹੈ ਬੜੀ ਛੇਤੀ ਉੱਠ ਖੜੋਤੇ ਹਨ। ਚਲੋ ਕੌਣ ਥਲ ਮੈਂ ਮ੍ਰਿਤ ਹੋਏ। ਸ੍ਰੀ ਗੁਰਦਿੱਤਾ ਜੀ ਦੇ ਸੇਵਕਾਂ ਨੂੰ ਕਿਹਾ ਵੀ ਚਲੋ ਦੱਸੋ ਕਿਹੜੇ ਥਾਂ ਉਹਨਾਂ ਨੇ ਸੱਚਖੰਡ ਗਮਨ ਕਰ ਲਿਆ ਹੈ। ਪ੍ਰੇਮ ਸਤਿਗੁਰ ਗਮਨੇ ਸਭ ਜੋਏ। ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਚੱਲੇ ਸਭ ਨੇ ਵੇਖਿਆ ਹੈ। ਅੰਤఃਪੁਰ ਗੁਰ ਕੇ ਸੁਧ ਗਈ। ਇਧਰ ਗੁਰੂ ਕੇ ਮਹਿਲਾਂ ਵਿੱਚ ਵੀ ਖਬਰਸਾਰ ਚਲੀ ਗਈ ਹੈ। ਸੁਨਤ ਬਾਤ ਸਗਰੀ ਰੁਦ ਨਈ। ਉਹ ਗੱਲਬਾਤ ਸੁਣੀ ਵੀ ਸ੍ਰੀ ਗੁਰਦਿੱਤਾ ਜੀ ਤਾਂ ਸੱਚਖੰਡ ਗਮਨ ਕਰ ਰਹੇ ਆ। ਸਾਰੀਆਂ ਮਾਈਆਂ ਬੀਬੀਆਂ ਬੈਰਾਗ ਕਰਨ ਲੱਗ ਪਈਆਂ। ਪਰਿਓ ਰੌਰ ਕੀਰਤਪੁਰ ਮਾਹੀ। ਸ੍ਰੀ ਕੀਰਤਪੁਰ ਸਾਹਿਬ ਦੇ ਵਿੱਚ ਹਰ ਪਾਸੇ ਰੌਲਾ ਰੱਪਾ ਪੈ ਗਿਆ ਹੈ। ਸੁਨ ਸੁਨ ਸ਼ੋਕ ਵਧਿਓ ਲਗ ਸ੍ਰੀ ਨਾਹੀ। ਗੁਰਦਿੱਤਾ ਜੀ ਸੱਚ
ਸੱਚਖੰਡ ਗਾਉਣ ਕਰਕੇ ਦੂਜਾ ਕਹਿੰਦਾ ਚਲੇ ਗਏ। ਸੁਣ ਸੁਣ ਕੇ ਬੜਾ ਕਹਿੰਦੇ ਸ਼ੋਕ ਵਧਿਆ ਹੈ। ਵਿਧੀ ਚੰਦ ਆਦਿਕ ਨਰ ਬ੍ਰਿੰਦ ਆਏ ਵਿਧੀ ਚੋ ਸੰਤੋ ਲੈ ਕੇ ਹੋਰ ਬੇਅੰਤ ਸਿੱਖ ਸੇਵਕ ਸੰਗ ਲਏ ਸ੍ਰੀ ਹਰਿ ਗੋਬਿੰਦ। ਇਹ ਸਾਰਿਆਂ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਨਾਲ ਲੈ ਲਿਆ ਹੋਇਆ ਹੈ। ਉਤ ਲਾਵਤ ਪਹੁੰਚੇ ਤਿਸ ਥਾਨ ਬੜੀ ਕਾਹਲੀ ਕਰਦੇ ਉਸ ਥਾਂ ਤੇ ਜਾ ਪਹੁੰਚੇ ਨੇ। ਦੇਖਿਓ ਪੁੱਤਰ ਪੌੜਿਓ ਬਿਨ ਪ੍ਰਾਨ ਆਪਣੇ ਪੁੱਤਰ ਨੂੰ ਵੇਖਿਆ ਵੀ ਬਿਨਾਂ ਪ੍ਰਾਣਾ ਤੋਂ ਪਿਆ ਹੋਇਆ ਹੈ। ਨਰ ਆਪਰਨ ਸਮ ਸ਼ੋਕ ਉਪਾਇਓ ਜਿਵੇਂ ਹੋਰ ਲੋਕ ਦੁਨੀਆ ਦੇ ਸ਼ੋਕ ਜਾਂ ਕੰਮ ਕਰਦੇ ਉਸ ਤਰ੍ਹਾਂ ਗੁਰੂ ਮਹਾਰਾਜ ਜੀ ਨੇ ਸ਼ੋਕ ਜਾਂ ਕਰਿਆ ਹੈ। ਕਹ ਨੰਦਨ ਕਿਮ ਕਹਾ ਸੁਧਾਏ ਆਮ ਸਿਧਾਇਓ ਲੋਕਾਂ ਨੂੰ ਸ਼ੋਕ ਵੀ ਡੁੱਬੇ ਜੇ ਕਿਹਾ ਵੀ ਪੁੱਤਰ ਤੂੰ ਕਿੱਧਰ ਨੂੰ ਚਲਿਆ ਗਿਆ ਹੈ। ਸੋਬਟ ਸਿੱਖ ਹੈ ਸੰਗ ਜਿਤੇਕ ਆ ਜਿਨ੍ਹਾਂ ਗੁਰੂ ਮਹਾਰਾਜ ਦੇ ਨਾਲ ਸੂਰਵੀਰ ਹੋਰ ਸਿੱਖ ਸੇਵਕ ਸਨ। ਰੋਧਤ ਕਰਤ ਪੁਕਾਰ ਅਨੇਕ ਕੋਈ ਕਹਿੰਦੇ ਅਨੇਕਾਂ ਇਸ ਤਰ੍ਹਾਂ ਰੋਣ ਦੀ ਪੁਕਾਰ ਜੀ ਕਰਦੇ। ਤਰਨ ਬੈਸ ਮਹਿ ਕਾਲ ਨ ਕਾਲਾ ਇਹ ਸ੍ਰੀ ਗੁਰੂ ਦਿੱਤਾ ਜੀ ਤੁਹਾਡੀ ਤਾਂ ਜੇ ਜਵਾਨ ਹੀ ਉਮਰ ਸੀ ਮੌਤ ਦਾ ਤਾਂ ਸਮਾਂ ਹੈ ਹੀ ਨਹੀਂ ਸੀ। ਰਾਵਰ ਕਹਾ ਗਏ ਕਰ ਖਿਆਲਾ ਇਹ ਸ੍ਰੀ ਗੁਰੂ ਦਿੱਤਾ ਜੀ ਆਪ ਜੀ ਇਹ ਸਾਂਝਾ ਕਰਕੇ ਕੀ ਕਰਕੇ ਚਲੇ ਗਏ। ਸੁਨ ਕੀਰਤ ਪੁਰ ਕੇ ਨਰ ਨਾਰੀ ਕੀਰਤਪੁਰ ਦੇ ਵੀ ਸ੍ਰੀ ਗੁਰੂ ਦਿੱਤਾ ਜੀ ਸੱਚਖੰਡ ਗਾਉਣ ਕਰਕੇ ਨਾਈ ਭਾਈ ਸੁਣ ਕੇ ਤਾਏ ਪਹੁੰਚੇ ਕਾਜ ਵਿਸਾਰੀ ਆਪੋ ਆਪਣੇ ਘਰਾਂ ਦੇ ਕੰਮ ਧੰਦਿਆਂ ਨੂੰ ਛੱਡ ਕੇ ਦੌੜ ਕੇ ਪੁੱਜੇ ਉਸ ਪਹਾੜ ਉੱਤੇ। ਸਭ ਰੋਦਤ ਆਰ ਬੰਧਨ ਕਰੈ ਸਾਰੇ ਵਿਰਾਗ ਕਰ ਰਹੇ ਹੈ। ਸ੍ਰੀ ਗੁਰੂ ਦਿੱਤਾ ਜੀ ਨੂੰ ਆ ਕੇ ਨਮਸਕਾਰਾਂ ਕਰੀ ਜਾ ਰਹੇ। ਗੁਰ ਸਿਮਰਹਿ ਸ਼ੋਕ ਸੋ ਚਿਤ ਧਰੈ ਗੁਰੂ ਮਹਾਰਾਜ ਨੂੰ ਯਾਦ ਕਰਦੇ ਚਿਤ ਵਿਰਵਾ ਸ਼ੋਕਮ ਜਾ ਧਾਰਦੇ ਆਏ ਨਾਨਕੀ ਆਰ ਮਰਵਾਹੀ ਇੰਨੇ ਨੂੰ ਜਿਹੜੀ ਨਾਨਕੀ ਹੈ ਤੇ ਮਰਵਾਹੀ ਜੀ ਹੈ ਇਹ ਵੀ ਆ ਪਹੁੰਚੇ ਹਨ। ਮੁਖ ਕੋ ਦੇਖ ਦੇਖ ਬਿਲ ਲਾਹੀ ਹਾਂ ਸ੍ਰੀ ਗੁਰੂ ਦਿੱਤਾ ਜੀ ਦਾ ਮੁਖੜਾ ਦੇਖ ਦੇਖ ਕੇ ਬਿਰਲਾਪ ਕਰਨ ਲੱਗ ਪਈਆਂ ਨੇ। ਆਹੋ ਪੁੱਤਰ ਜੋਦਾ ਸਭ ਲਾਇਕ ਇਹ ਪੁੱਤਰ ਤੂੰ ਤਾਂ ਸਭ ਤਰ੍ਹਾਂ ਕਰ ਕੇ ਜੰਗੀ ਯੋਧਾ ਸੀ ਲਾਇਕ ਸੀ। ਗੁਰ ਸੁਤ ਜੇ ਸਠ ਗਨ ਸੁਖਦਾਇਕ ਗੁਰੂ ਕਾ ਤੂੰ ਵੱਡਾ ਸੁਪੁੱਤਰ ਸੀ ਸਮੂਹ ਨੂੰ ਸੁਖ ਦੇਣ ਵਾਲਾ ਸੀ। ਵਦਨ ਪ੍ਰਸੰਨ ਸਦੀਵ ਬਿਲੋਕੈ ਇਸ ਪੁੱਤਰ ਤੇਰਾ ਜਿਹੜਾ ਮੁਖ ਹੈ ਹਮੇਸ਼ਾ ਸੀ ਪ੍ਰਸੰਨ ਹੀ ਦੇਖਦੀਆਂ ਸਾਂ। ਕਾਰਨ ਕਵਨ ਗਵਨ ਪਰ ਲੋਕੈ ਜਿਹੜਾ ਸੱਚਖੰਡ ਨੂੰ ਜਾਣਦਾ ਇਹਦੇ ਵਿੱਚ ਕੀ ਭਲਾ ਕਾਰਨ ਹੈ। ਸ੍ਰੀ ਹਰਿ ਰਾਏ ਪਿਤਾ ਕੋ ਦੇਖ ਉਸ ਸਵੇਰੇ ਸ੍ਰੀ ਹਰਿਰਾਏ ਸਾਹਿਬ ਜੋ ਸ੍ਰੀ ਗੁਰੂ ਦਿੱਤਾ ਜੀ ਦੇ ਸੁਪੁੱਤਰ ਹਨ ਉਹ ਪਿਤਾ ਨੂੰ ਧਰਤੀ ਪਿਆਂ ਉੱਪਰ ਦੇਖ ਕੇ ਹਰ ਰੋਦਤ ਪਰਵਾਰ ਵਿਸੇਖ ਬਾਕੀ ਜਿੰਨਾ ਘਰ ਦਾ ਪਰਿਵਾਰ ਹੈ ਜਦੋਂ ਬਰਾ ਕਰਦਾ ਦੇਖਿਆ ਹੈ। ਅਲਪ ਬੈਸ ਮਹਿ ਮੁਖ ਮੁਰ ਸ੍ਰੀ ਜਾਇਓ ਹਰਿਰਾਏ ਸਾਹਿਬ ਜੀ ਛੋਟੀ ਉਮਰ ਵਿੱਚ ਵੀ ਸਨ। ਵੇਖ ਕੇ ਉਹਨਾਂ ਨੂੰ ਇਹਨਾਂ ਦਾ ਵੀ ਚਿਹਰਾ ਮੁਖ ਮੁਰਝਾ ਗਿਆ ਹੈ। ਕਹੈ ਬਦਨ ਕੁਛ ਬਾਕ ਨ ਆਇਓ ਮੁਖੋਂ ਕੁਝ ਕਹਿਣਾ ਤਾਂ ਚਾਹੁੰਦੇ ਹੈ ਪਰ ਮੁਖੋਂ ਕੋਈ ਬਚਨ ਨਹੀਂ ਆ ਰਿਹਾ ਨਿਕਲਿਆ ਕਿਹਾ ਨਹੀਂ ਜਾ ਰਿਹਾ ਹੈ। ਕਮਲ ਬਿਲੋਚਨ ਤੇ ਜਲ ਡਾਰਾ ਸ੍ਰੀ ਹਰਿਰਾਏ ਸਾਹਿਬ ਜੀ ਨੇ ਆਪਣੇ ਕਮਲ ਵਰਗੇ ਨੇਤਰਾਂ ਤੋਂ ਜਲ ਸੁੱਟਿਆ ਹੈ। ਮਨਹੁ ਸ਼ੋਕ ਕੋ ਛੁਟਿਓ ਫੁਹਾਰਾ ਉਹਨੂੰ ਕਹਿੰਦੇ ਹਿਰਦੇ ਅੰਦਰ ਜਿਹੜਾ ਸ਼ੋਕ ਸੀ ਉਹਦਾ ਪਹਾੜਾ ਹੀ ਕਹਿੰਦੇ ਛੁੱਟ ਗਿਆ ਹੈ। ਸਤਿਗੁਰ ਬੈਠੇ ਲਾਏ ਦੀਵਾਨ ਗੁਰੂ ਹਰਗੋਬਿੰਦ ਸਾਹਿਬ ਜੀ ਉੱਥੇ ਪਹਾੜ ਤੇ ਦੀਵਾਨ ਲਾ ਕੇ ਬੈਠ ਗਏ। ਸਿੱਖ ਸੁਬਟ ਟਿਗ ਰੁਦਤ ਮਹਾਨ ਜਿੰਨੇ ਸਿੱਖ ਸੂਰਵੀਰਾ ਕੋਲ ਬੈਠੇ ਬੜਾ ਵਿਰਾਗ ਕਰ ਰਹੇ। ਹਿਤ ਸੰਸਕਾਰਨ ਸੌਜ ਮੰਗਾਈ ਸ੍ਰੀ ਗੁਰੂ ਦਿੱਤਾ ਜੀ ਦਾ ਸੰਸਕਾਰ ਕਰਨ ਵਾਸਤੇ ਜਿਹੜੀ ਕੋਈ ਸਮੱਗਰੀ ਜੀ ਸਤਿਗੁਰਾਂ ਨੇ ਕਹਿ ਕੇ ਮੰਗਾਈ ਹੈ। ਚੰਦਨ ਭਾਰ ਲਿਆਏ ਸਮਦਾਈ ਚੰਦਨਾਂ ਦੀਆਂ ਲੱਕੜਾਂ ਦੀਆਂ ਪੰਡਾਂ
ਹੋਰ ਬਹੁਤਾ ਕੁਛ ਲਿਆਏ ਹਨ। ਤਿਲ ਜਬ ਕ੍ਰਿਤ ਆਦ ਸਭ ਆਨੈ। ਤਿਲ ਜੀ ਹੈ, ਜੌਂ ਹੈ, ਘਿਓ ਆਦਿਕ ਸਾਰੀਆਂ ਹੀ ਚੀਜ਼ਾਂ ਲਿਆ ਰਹੇ। ਕਰਤ ਕਾਰ ਸਭ ਰੋਧਨ ਠਾਨੈ। ਜਿਨ੍ਹਾਂ ਵੇ ਕੰਮ ਕਰਦੇ ਹੋਏ ਸਾਰੇ ਸਿੱਖ ਸਿੱਖ ਭਰਾ ਕਰੀ ਜਾ ਰਹੇ, ਅਥਰੂ ਘੇਰ ਰਹੇ ਹਨ। ਛਰੀ ਖਰੀ ਗੁਰ ਖਰੀ ਨਿਹਾਰੀ। ਉਹ ਜਿਹੜੀ ਨਿੰਮ ਦੀ ਦਰਖਤ ਦੀ ਟਾਹਣੀ ਜੀ ਸੀ, ਛਟੀ ਸੀ, ਉਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਹਿੰਦੇ ਖੜੁੱਤੀ ਹੋਈ, ਉਹ ਗੱਡੀ ਹੋਈ ਦੇਖੀ ਹੈ। ਰਹਿਨ ਦੇਹ ਇਹ ਤਾਰ ਹੋਏ ਭਾਰੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਵੀ ਆ ਜਿਹੜਾ ਨਿੰਮ ਦੀ ਟਾਹਣੀ ਦਾ ਹੈ ਨਾ, ਇਹ ਗੱਡੀ ਹੋਈ, ਇਹਨੂੰ ਕਹਿੰਦੇ ਇਸੇ ਤਰ੍ਹਾਂ ਗੱਡੀ ਰਹਿਣ ਦਿਓ। ਕਹਿ ਕਰ ਚੰਦਨ ਚਿਖਾ ਬਨਾਇਵ। ਇਸ ਤਰ੍ਹਾਂ ਉੱਥੇ ਕਹਿ ਕੇ ਮੇਰੇ ਚੰਦਨ ਦੀਆਂ ਲੱਕੜਾਂ ਦੀ ਚਿਖਾ ਬਣਵਾਈ ਹੈ। ਕਿਰਿਆ ਹੇਤ ਥਿਰ ਸਿਰੀ ਹਰ ਰਾਏ। ਕਹਿ ਕਰ ਚੰਦਨ ਚਿਖ ਬਨਵਾਏ। ਕਹਿ ਕਰਕੇ ਚੰਦਨ ਦੀਆਂ ਲੱਕੜਾਂ ਦੀ ਚਿਖਾ ਬਣਵਾਈ ਹੈ। ਕਿਰਿਆ ਹੇਤ ਥਿਰ ਸਿਰੀ ਹਰ ਰਾਏ। ਇਹ ਸ੍ਰੀ ਗੁਰਦਿੱਤਾ ਜੀ ਦੀ ਅੰਤਮ ਜਿਹੜੀ ਸੰਸਕਾਰ ਦੀ ਕਰਮ ਕਿਰਿਆ, ਉਸ ਦੇ ਵਾਸਤੇ ਸ੍ਰੀ ਰਾਏ ਸਾਹਿਬ ਜੋ ਸ੍ਰੀ ਗੁਰਦਿੱਤਾ ਜੀ ਦੇ ਛੋਟੇ ਸਾਹਿਬਜ਼ਾਦੇ, ਉਹਨਾਂ ਨੂੰ ਕਹਿੰਦੇ ਕਾਇਮ ਕੀਤਾ ਹੈ। ਦੇਖਤ ਕਹਿ ਇਸ਼ਨਾਨ ਕਰਵਾਇਵ। ਇਸ ਤਰ੍ਹਾਂ ਦੇਖ ਕੇ ਕਿਹਾ ਵੀ ਇਹਨਾਂ ਦਾ ਹੁਣ ਅੰਤਮ ਇਸ਼ਨਾਨ ਕਰਾ ਦਈਏ। ਨਏ ਵਸਤਰ ਤਨ ਮਹਿ ਪਹਿਰਾਇਵ। ਉਹ ਸਵੇਰੇ ਕਹਿੰਦੇ ਦੇਖ ਕੇ ਨਵੇਂ ਜਿਹੜੇ ਵਸਤਰ ਹੈ ਸਰੀਰ ਤੇ ਪਹਿਨਾਵਾ ਕੀਤੇ ਇਸ਼ਨਾਨ ਤੋਂ ਬਾਅਦ। ਬਹੁ ਚਿਖਾ ਪਰ ਦੇਹ ਤਰਾਈ। ਉਦੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਹਿ ਕੇ ਜਿਹੜੀ ਸ੍ਰੀ ਗੁਰਦਿੱਤਾ ਜੀ ਦੀ ਦੇਹ ਆ ਚਿਖਾ ਉੱਪਰ ਰਖਵਾ ਦਿੱਤੀ। ਪਾਵਕ ਸ੍ਰੀ ਹਰ ਰਾਏ ਲਗਾਈ। ਜੋ ਸ੍ਰੀ ਗੁਰਦਿੱਤਾ ਜੀ ਦੇ ਛੋਟੇ ਸੁਪੁੱਤਰ ਹਰਿਰਾਏ ਸਾਹਿਬ, ਉਹਨਾਂ ਨੇ ਉਹਨਾਂ ਦੀ ਚਿਖਾ ਨੂੰ ਕਹਿੰਦੇ ਅਗਨੀ ਲਾਈ ਹੈ। ਵਿਦ ਸਮੇਤ ਸੰਸਕਾਰਨ ਕੀਨੇ। ਮਰਜ਼ਾਦਾ ਸਮੇਤ ਹੀ ਕਹਿੰਦੇ ਸੰਸਕਾਰ ਕੀਤਾ। ਸੋਹਲੇ ਦਾ ਪਾਠ ਆਦਿਕ ਪੜ੍ਹ ਕੇ ਸਭਨ ਬਿਲੋਚਨ ਜਲ ਭਰ ਲੀਨੇ। ਸਾਰਿਆਂ ਨੇ ਕਹਿੰਦੇ ਨੇਤਰਾਂ ਵਿੱਚ ਜਲ ਭਰ ਲਿਆ ਹੈ। ਕਹਿ ਕਰ ਬਹੁ ਕਰਾਹ ਕਰਵਾਇਓ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਹਿ ਕੇ ਬਹੁਤੇ ਕੜਾ ਪ੍ਰਸ਼ਾਦ ਤਿਆਰ ਕਰਵਾਇਆ ਹੈ। ਨਰ ਕੋ ਗਨ ਉਠਾਏ ਕਰ ਲਿਆਇਓ। ਬਹੁਤੇ ਜਿਹੜੇ ਸਿੱਖ ਸੇਵਕ ਆ ਉਹ ਲੱਗ ਕੇ ਉਹ ਫਿਰ ਕੜਾਹ ਦਾ ਪ੍ਰਸ਼ਾਦ ਜਿਹੜਾ ਚੁੱਕ ਕੇ ਲੈ ਕੇ ਆਏ। ਸਭਨ ਬਾਪ ਕਾ ਕੀਨ ਇਸ਼ਨਾਨ। ਸਾਰਿਆਂ ਨੇ ਨੇੜੇ ਜਿਹੜੀ ਬੌਲੀ ਬਣੀ ਉਹਦੇ ਵਿੱਚ ਇਸ਼ਨਾਨ ਕਰ ਲਏ। ਉਨ ਬੈਠੇ ਗੁਰ ਲੱਗਿਓ ਦੀਵਾਨ। ਗੁਰੂ ਹਰਗੋਬਿੰਦ ਸਾਹਿਬ ਜੀ ਬੈਠ ਕੇ ਦੀਵਾਨ ਸਜ ਗਿਆ ਹੈ। ਪੰਚਾਮ੍ਰਿਤ ਸੋ ਦਿਓ ਵਰਤਾਏ। ਜਿਹੜਾ ਕੜਾਹ ਪ੍ਰਸ਼ਾਦ ਲਿਆਂਦਾ ਸੀ ਅਰਦਾਸ ਕਰਕੇ ਵਰਤਾ ਦਿੱਤਾ ਹੈ। ਸਭ ਸੁਨਾਏ ਸ੍ਰੀ ਭਜਨ ਅਲਾਏ। ਹਾਂ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਰਿਆਂ ਨੂੰ ਸੁਣਾ ਕੇ ਮੁਖੋਂ ਬਚਨ ਕਿਹਾ। ਕਰ ਹੈ ਕਾਮਨਾ ਜੋ ਸਿੱਖ ਆਵੇ। ਤੇ ਜਿਹੜਾ ਵੀ ਗੁਰੂ ਕਾ ਸੇ ਕੋਈ ਕਾਮਨਾ ਧਾਰ ਕੇ ਸ੍ਰੀ ਗੁਰਦਿੱਤਾ ਜੀ ਦੇ ਥਾਂ ਤੇ ਆਇਆ ਕਰੇਗਾ। ਕਰ ਹੈ ਤਿਹਾਵਲ ਇਤ ਅਰ ਪਾਵੇ। ਇੱਥੇ ਕੜਾਹ ਪ੍ਰਸ਼ਾਦ ਦੀ ਦੇ ਕਹਿੰਦੇ ਲਿਆ ਕੇ ਭੇਟਾ ਕਰਿਆ ਕਰੇਗਾ ਕੋਈ ਗੁਰੂ ਕਾ ਸਿੱਖ। ਸ਼ਰਧਾ ਸਹਿਤ ਦਰਸ ਕੋ ਪਾਏ। ਇਹ ਬੜੀ ਸ਼ਰਧਾ ਦੇ ਸਵੇਤ ਸ੍ਰੀ ਗੁਰਦਿੱਤਾ ਜੀ ਦੇ ਇਸ ਅਸਥਾਨ ਦੇ ਆ ਕੇ ਦਰਸ਼ਨ ਪਾਇਆ ਕਰੇਗਾ। ਮਨ ਬਾਂਛਤ ਪੁਰਵਹਿ ਸਮਦਾਏ। ਉਹ ਵੀ ਸ੍ਰੀ ਗੁਰਦਿੱਤਾ ਜੀ ਜਿਹੜੀਆਂ ਮਨ ਭਾਉਂਦੀਆਂ ਖਾਸ਼ਾਂ ਉਹ ਸਾਰੀਆਂ ਉਹ ਜਿਹੜਾ ਅਰਦਾਸ ਕਰਾਏਗਾ ਕੜਾਹ ਪ੍ਰਸ਼ਾਦ ਦੇ ਉਹਦੀਆਂ ਪੂਰੀਆਂ ਕਰਿਆ ਕਰਨਗੇ। ਨੀਮ ਤਰੋਵਰ ਹੋਏ ਬਿਲੰਦ। ਮਹਾਰਾਜ ਕਹਿੰਦੇ ਆ ਜਿਹੜੀ ਨਿੰਮ ਦੀ ਟਾਹਣੀ ਸ੍ਰੀ ਗੁਰਦਿੱਤਾ ਜੀ ਨੇ ਇੱਥੇ ਗੜ ਦਿੱਤੀ ਇਹ ਕਹਿੰਦੇ ਬਹੁਤ ਵੱਡਾ ਬਿਰਸ਼ ਹੋ ਜਾਏਗਾ। ਸ੍ਰੀ ਗੁਰਦਿੱਤੇ ਦਰਸ ਮਨਿੰਦ। ਕਹਿੰਦੇ ਜੈਸੇ ਨਿੰਮ ਦੇ ਦਰਸ਼ਨ ਕਰ ਲਏ, ਜੈਸੇ ਸ੍ਰੀ ਗੁਰਦਿੱਤਾ ਜੀ ਦੇ ਦਰਸ਼ਨ ਕਰ ਲਏ। ਇਹਦੇ ਦਰਸ਼ਨ ਕਰਨ ਦਾ ਜਿਹੜਾ ਲਾਭ ਹੈ ਸ੍ਰੀ ਗੁਰਦਿੱਤਾ
ਜੀ ਦੇ ਦਰਸ਼ਨ ਦਾ ਫਲ ਹੋਵੇਗਾ। ਕਰ ਹੈ ਬੰਦਨਾ ਦੇਖੈ ਨੈਣ, ਜਿਹੜਾ ਵੀ ਇਹਨੂੰ ਮੱਥਾ ਟੇਕੇਗਾ ਦਰਸ਼ਨ ਕਰੇਗਾ ਇਸ ਦਾ ਸਕਲ ਕਾਮਨਾ ਪ੍ਰਾਪਤ ਐਨ। ਗੁਰੂ ਮਹਾਰਾਜ ਦੀ ਮਰਜ਼ੀ ਹੈ, ਕਹਿੰਦੇ ਉਸ ਨੂੰ ਇਹ ਨਿਮਰੇ ਦਰਸ਼ਨ ਕਰਨ ਨਾਲ ਹੀ ਆਪਣੇ ਘਰ ਦੀਆਂ ਕਾਮਨਾ ਕਹਿੰਦੇ ਪ੍ਰਾਪਤ ਉਹਦੀਆਂ ਪੂਰੀਆਂ ਹੋ ਜਾਇਆ ਕਰਨਗੀਆਂ। ਨਿਤ ਪ੍ਰਤ ਇਹਾ ਤੇ ਹਾਵਲ ਆਏ, ਮਹਾਰਾਜ ਕਹਿੰਦੇ ਹੈ ਭਾਵੇਂ ਉੱਚਾ ਪਹਾੜ ਪਰ ਵੀ ਇੱਥੇ ਹਮੇਸ਼ਾ ਕੜਾ ਪ੍ਰਸ਼ਾਦੀ ਦੇਗ ਬਣ ਕੇ ਆਇਆ ਹੀ ਕਰੇਗੀ। ਤ੍ਰਿਪਤਹਿ ਸਿੱਖ ਸੰਗਤ ਸਭ ਖਾਏ, ਜਿੰਨੀਆਂ ਗੁਰੂ ਕੀਆਂ ਸਿੱਖਤਾਂ ਛਕ ਛਕ ਕੇ ਤਰਪਤ ਹੋਇਆ ਕਰਨਗੀਆਂ ਇਥਾਂ। ਦੇਸ਼ ਵਿਦੇਸ਼ੀ ਜੋ ਚੱਲ ਆਵੇ, ਜਿਹੜਾ ਵੀ ਇਸ ਦੇਸ਼ ਵਿੱਚੋਂ ਜਾਂ ਬਾਹਰਲੇ ਪ੍ਰਦੇਸ਼ ਤੋਂ ਚੱਲ ਕੇ ਆਇਆ ਕਰੇਗਾ, ਇਸ ਥਲ ਤੇ ਸੋ ਤੇ ਹਾਵਲ ਖਾਵੇ। ਕਹਿੰਦੇ ਹੋਰ ਕਿਤੇ ਉਹਨੂੰ ਕੜਾ ਪ੍ਰਸ਼ਾਦੀ ਦੇਗ ਮਿਲੇ ਨਾ ਮਿਲੇ, ਇੱਥੇ ਆ ਕੇ ਉਹਨੂੰ ਕੜਾ ਪ੍ਰਸ਼ਾਦੀ ਦੇਗ ਛਕਣ ਲਈ ਜ਼ਰੂਰ ਮਿਲਿਆ ਕਰੇਗੀ। ਪੁੰਨ ਸਥਾਨ ਮਹਾਨ ਬਨੈ ਹੈ, ਇਹ ਭਈ ਜਿਹੜਾ ਸ੍ਰੀ ਗੁਰੂ ਦਿੱਤਾ ਜੀ ਦਾ ਸਥਾਨ ਹੈ ਬਹੁਤ ਹੀ ਕਹਿੰਦੇ ਵੱਡਾ ਪਵਿੱਤਰ ਬਣ ਜਾਏਗਾ। ਦਰਸ਼ਨ ਤੇ ਕਲਮਲ ਬਿਨ ਸਹਿ, ਜਿਹੜਾ ਇਸ ਸਥਾਨ ਦੇ ਦਰਸ਼ਨ ਕਰੇਗਾ ਆਪਣੇ ਸਾਰੇ ਪਾਪਾਂ ਨੂੰ ਨਾਸ਼ ਕਰ ਲਿਆ ਕਰੇਗਾ। ਸੇਵੇ ਔਰ ਨਿਰਮਲ ਬਨ ਜਾਏ, ਜਿਹੜਾ ਵੀ ਇਹ ਸ੍ਰੀ ਗੁਰੂ ਦਿੱਤਾ ਜੀ ਦੇ ਸਥਾਨ ਦੀ ਸੇਵਾ ਕਰਿਆ ਕਰੇਗਾ ਉਹਦਾ ਮਨ ਨਿਰਮਲ ਹੋ ਜਾਇਆ ਕਰੇਗਾ। ਭਗਤ ਗਿਆਨ ਗੁਰ ਸਿੱਖੀ ਪਾਏ, ਪ੍ਰੇਮਾ ਭਗਤੀ ਬ੍ਰਹਮ ਗਿਆਨ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਪਾਲਿਆ ਕਰੇ। ਵਰਖਾ ਮਹਾ ਅੰਧੇਰੀ ਜੋਏ, ਮਹਾਰਾਜ ਕਹਿੰਦੇ ਭਾਵੇਂ ਕਿੰਨੀ ਬਾਰਿਸ਼ ਹੁੰਦੀ ਹੋਵੇ ਕਿੰਨੀ ਇੱਥੇ ਹਨੇਰੀ ਹੋਵੇ, ਤਉ ਤੇ ਹਾਵਲ ਇਸ ਥਲ ਹੋਏ। ਤਾਂ ਵੀ ਕਹਿੰਦੇ ਇਸ ਸਥਾਨ ਦੇ ਜਿਹੜਾ ਕੜਾ ਪ੍ਰਸ਼ਾਦ ਹੈ ਕਹਿੰਦੇ ਵਰਤਦੇ ਹੀ ਇੱਥੇ ਮਿਲਦਾ ਹੀ ਰਿਹਾ ਕਰੇਗਾ। ਇਤਿਆਦਿਕ ਮਹਿਮਾ ਕਹਿ ਥਾਨ, ਇਸ ਤੋਂ ਆ ਲੈ ਕੇ ਸ੍ਰੀ ਗੁਰੂ ਦਿੱਤਾ ਜੀ ਨੇ ਜਿੱਥੇ ਸੱਚਖੰਡ ਗਮ ਕੀਤਾ ਉਸ ਸਥਾਨ ਦੀ ਮਹਿਮਾ ਕਹੀ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਉਠਤ ਭਏ ਸ੍ਰੀ ਗੁਰ ਭਗਵਾਨ, ਉਸ ਤੋਂ ਬਾਅਦ ਪਰਮੇਸ਼ਰ ਰੂਪ ਸਤਿਗੁਰੂ ਜੀ ਉੱਠ ਖੜੋਤੇ ਹਨ। ਅਸ਼ਟ ਘਾਟ 17 ਸਹਿ ਸੰਮਤ, 1700 ਵਿਕਰਮੀ ਸੰਮਤ 8 ਕਹਿੰਦੇ ਸਮਝ ਲਓ ਵੀ 1692 ਪਰ ਸਹੀ ਜਿਹੜਾ ਉਹ 1695 ਸਮਝਣਾ। ਤੇ ਚੇਤ ਦੇ ਚਾਨਣੇ ਪੱਖ ਦੀ 10ਵੀਂ ਤਿਥ ਸੀ ਜਦੋਂ ਸ੍ਰੀ ਗੁਰੂ ਦਿੱਤਾ ਜੀ ਨੇ ਇੱਥੇ ਆ ਕੇ ਸੱਚਖੰਡ ਗਮਨ ਕੀਤਾ ਸੀ। ਹੁਣ ਵੀ ਇਹ ਚੇਤ ਦੀ ਚੰਨ ਦੇ ਪੱਖ ਦੀ ਉੱਥੇ ਬਹੁਤ ਵੱਡਾ ਜੋੜ ਮੇਲਾ ਲੱਗਦਾ ਸ੍ਰੀ ਗੁਰੂ ਦਿੱਤਾ ਜੀ ਦੀ ਯਾਦ ਵਿੱਚ। ਉਸ ਇਲਾਕੇ ਦੇ ਜਿਹੜੇ ਮਾਈ ਭਾਈ ਹੈ ਬਹੁਤ ਗਿਣਤੀ ਵਿੱਚ ਇਕੱਠੇ ਹੁੰਦੇ, ਕਈਆਂ ਦੀਆਂ ਵਿਆਹ ਸ਼ਾਦੀਆਂ ਦੀਆਂ ਸੁੱਖਾਂ ਸੁੱਖੀਆਂ ਹੁੰਦੀਆਂ ਵੀ ਹੈ ਸ੍ਰੀ ਗੁਰੂ ਦਿੱਤਾ ਜੀ ਜੇ ਪੂਰੇ ਹੋ ਜਾਏ ਅਸੀਂ ਬੈਂਡ ਬਾਜੇ ਵਜਾਉਂਦੇ ਹੋਏ ਤੁਹਾਡੇ ਸਥਾਨ ਤੇ ਆਈਏ, ਮੱਥਾ ਟੇਕੀਏ, ਕੜਾ ਪ੍ਰਸ਼ਾਦੀਆਂ ਦੇਗਾਂ ਕਰਾ ਕੇ ਅਰਦਾਸਾਂ ਕਰਕੇ ਮਹਾਰਾਜ ਤੁਹਾਡੀਆਂ ਖੁਸ਼ੀਆਂ ਲਈਏ। ਉਸ ਇਲਾਕੇ ਵਿੱਚ ਬਹੁਤ ਆਨੰਦ ਹੈ। ਉਹ ਦੇਖੋ ਇਸ ਤਰ੍ਹਾਂ ਟੱਪਾ ਜਾ ਵੀ ਬਣਾਇਆ ਹੈ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਸੋਈ ਦਿੱਤਾ। ਇਸ ਤਰ੍ਹਾਂ ਜੇ ਉਹ ਉੱਚੀ ਉੱਚੀ ਗਾਉਂਦੇ ਹੋਏ ਗਾਉਂਦੇ ਤੇ ਬੈਂਡ ਬਾਜੇ ਵਜਾਉਂਦੇ ਆਉਂਦੇ ਹੁੰਦੇ ਆ। ਜਦੋਂ ਮਰਜ਼ੀ ਤੁਸੀਂ ਉੱਥੇ ਜਾ ਕੇ ਦੇਖੋ ਕੋਈ ਨਾ ਕੋਈ ਬੈਂਡ ਬਾਜਾ ਜਾਂ ਵਜਾਉਂਦਾ ਉੱਥੇ ਜਾਂਦਾ ਹੀ ਹੁੰਦਾ ਹੈ। ਸੋ ਇਸ ਕਰਕੇ ਇਸ ਤਰ੍ਹਾਂ ਇਹ ਗੁਰੂ ਦਿੱਤਾ ਜੀ ਦਾ ਜਿਹੜਾ ਸਥਾਨ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਬਰਰੂ ਬਚਨਾ ਕਰਕੇ ਪ੍ਰਸਿੱਧ ਹੈ ਤੇ ਮਹਾਨ ਬਣਿਆ ਹੋਇਆ ਹੈ। ਅਸੂ ਮਾਸ ਸੁਦੀ ਦਸਵੀਂ ਥਿਤ, ਅਸੂ ਦਾ ਮਹੀਨਾ ਸੀ। ਇਸ ਤਰ੍ਹਾਂ ਕਹਿੰਦੇ 10ਵੀਂ ਥਿਤ ਸੀ ਪਰ ਅਸਲੀ ਚੇਤ ਦੇ ਮਹੀਨੇ ਦੀ
ਚਾਨਾ ਪੱਖ ਸਹੀ ਸਮਝਣਾ ਹੈ। ਕਾਰ ਸਭ ਕਿਰਿਆ ਗੁਰੂ ਚੱਲ ਆਏ। ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਗੁਰੂ ਦਿੱਤਾ ਜੀ ਦੀ ਸਾਰੀ ਮਿੱਤ ਕਰਮ ਕਿਰਿਆ ਕਰਕੇ ਵਾਪਸ ਆਏ। ਸ੍ਰੀ ਗੁਰੂ ਦਿੱਤਾ ਜੋਤ ਸਮਾਏ। ਇਸ ਤਰ੍ਹਾਂ ਸ੍ਰੀ ਗੁਰੂ ਦਿੱਤਾ ਜੀ ਜੋਤੀ ਜੋਤ ਸਮਾ ਗਏ। ਗੁਰ ਕੀ ਗਤ ਕਿਛ ਜਾਏ ਨਾ ਜਾਣੇ। ਮਾਈ ਭਾਈ ਕਹਿੰਦੇ ਵੀ ਹਰਗੋਬਿੰਦ ਸਾਹਿਬ ਦੀ ਜਿਹੜੀ ਰੀਤੀ ਮਰਜ਼ਾਦਾ ਵੀ ਕੋਈ ਜਾਣੀ ਨਹੀਂ ਜਾਂਦੀ ਹੈ। ਬਿਸਮਤ ਮਤ ਸਭ ਤੂਸ਼ਨ ਠਾਨੀ। ਸਾਰੇ ਚਿੱਤ ਵਿੱਚ ਚਰਜ ਹੋਏ ਸਭ ਨੇ ਚੁੱਪੀ ਕਰ ਲਈ ਹੈ। ਪਿੱਛੇ ਆਏ ਚੱਲੀ ਗਨ ਨਾਰੀ। ਹਾਂ ਪਿੱਛੇ ਪਿੱਛੇ ਬੜੀਆਂ ਮਾਈਆਂ ਬੀਬੀਆਂ ਚਲੀਆਂ ਆ ਰਹੀਆਂ। ਆਦ ਨਾਨਕੀ ਪੁਰ ਜੋ ਮਜਾਰੀ। ਜੋ ਕੀਰਤਪੁਰ ਸਾਹਿਬ ਦੇ ਵਿੱਚ ਮਾਈਆਂ ਬੀਬੀਆਂ ਸੀ ਉਹ ਪਿੱਛੇ ਪਿੱਛੇ ਆ ਰਹੀਆਂ ਹਨ। ਆਦਿਕ ਬਿਰਲਾਪ ਕਰਤ ਸੋ ਆਵੇ। ਬਿਰਲਾਪ ਜਾ ਕਰਦੀਆਂ ਉਹ ਆ ਰਹੀਆਂ ਹਨ। ਸਿਮਰ ਸਿਮਰ ਗੁਣ ਕੂਕ ਸੁਣਾਵੇ। ਹਾਂ ਸ੍ਰੀ ਗੁਰੂ ਦਿੱਤਾ ਜੀ ਗੁਣਾਂ ਨੂੰ ਯਾਦ ਕਰ ਕਰਕੇ ਉਹ ਬਿਰਾਗ ਕਰ ਰਹੀਆਂ ਹਨ। ਹੋਤ ਸ਼ਬਦ ਵੱਡ ਕਰਤ ਪੁਕਾਰਾ। ਹਾਂ ਕਹਿੰਦੇ ਇਸ ਤਰ੍ਹਾਂ ਰੋਣ ਦਾ ਜਿਹੜਾ ਆਵਾਜ਼ਾ ਬੜਾ ਪੁਕਾਰ ਕਰਕੇ ਹੋ ਰਿਹਾ ਜਾਂ ਉੱਚੀ ਦੇ ਕੇ ਉਹ ਰੋਣਾ ਹੋ ਰਿਹਾ ਹੈ। ਤਰਨ ਬੈਸ ਪਰ ਲੋਕ ਸਿਧਾਰਾ। ਇਹ ਤੁਹਾਡੀ ਤਾਂ ਜੇ ਜਵਾਨ ਅਵਸਥਾ ਸੀ ਤੁਸੀਂ ਹੁਣੇ ਸੱਚਖੰਡ ਨੂੰ ਚਲੇ ਗਏ। ਧੀਰ ਮੱਲ ਨਿਜ ਮਾਤ ਸਮੇਤ। ਉਧਰ ਜਿਹੜਾ ਧੀਰ ਮੱਲ ਹੈ ਆਪਣੀ ਮਾਤਾ ਨਿਹਾਲ ਕੌਰ ਦੇ ਸਮੇਤ। ਅੰਤ ਦਰਸ ਨਹਿ ਆਏ ਨਿਕੇਤ। ਇਹ ਦੇਖ ਲੋ ਆਪਣੇ ਪਿਤਾ ਦੇ ਦਰਸ਼ਨ ਕਰਨ ਵਾਸਤੇ ਅੰਤ ਦੇ ਸਮੇਂ ਵੀ ਉਹ ਘਰੋਂ ਨਹੀਂ ਆਇਆ ਜਾਨੀ ਕਰਤਾਰਪੁਰ ਤੋਂ ਆਇਆ ਹੀ ਨਹੀਂ। ਵਿਛਰੇ ਰਹਿ ਸੁਜਾਨੀ ਪਰੈ। ਇਸ ਕਰਕੇ ਜਿੰਨੀਆਂ ਮਾਈਆਂ ਬੀਬੀਆਂ ਦਾਸ ਸੇਵਕ ਕਹਿ ਰਹੇ ਆ ਵੀ ਉਹ ਗੱਲ ਜਾਣੀ ਪੈਂਦੀ ਹੈ ਵੀ ਜਦੋਂ ਹੁਣ ਧੀਰ ਮੱਲ ਨਹੀਂ ਨਾ ਆਇਆ ਕਰਤਾਰਪੁਰ ਤੋਂ ਫਿਰ ਤਾਂ ਆਉਣ ਵਾਲੇ ਸਮੇਂ ਵਿੱਚ ਗੁਰੂ ਘਰ ਨਾਲੋਂ ਵਿਛੜਿਆ ਰਿਹਾ ਵੱਖਰਾ ਹੀ ਰਹੇਗਾ। ਨਹੀਂ ਮੇਲ ਹਮ ਸੋ ਕਬ ਤਰੈ। ਇਹ ਸਾਡੇ ਨਾਲ ਤਾਂ ਕਰਿਓ ਫਿਰ ਜ਼ਿੰਦਗੀ ਵਿੱਚ ਮੇਰ ਜੋਰ ਨਹੀਂ ਰੱਖੇਗਾ। ਵਿਦ ਆਦਿਕ ਬੋਲਤ ਚੱਲ ਆਈ। ਇਸ ਤੋਂ ਬਾਅਦ ਇਹੋ ਜਿਹੀਆਂ ਗੱਲਾਂ ਬਾਤਾਂ ਕਰਦੀਆਂ ਹੋਈਆਂ ਬੋਲਦੀਆਂ ਚਲਦੀਆਂ ਮਾਈਆਂ ਬੀਬੀਆਂ ਆ ਰਹੀਆਂ ਵੀ ਇਹਨੇ ਵਿਛੜ ਜਾਣਾ ਇਹ ਨਹੀਂ ਮਿਲਣਾ ਹੈ। ਵਧਿਓ ਸ਼ੋਕ ਸਭ ਕੈ ਸਮੁਦਾਇ। ਇਸ ਕਰਕੇ ਸਾਰਿਆਂ ਦੇ ਮਨਾਂ ਵਿੱਚ ਬੜਾ ਭਾਰੀ ਸ਼ੋਕਮ ਭਰ ਗਿਆ ਹੈ। ਗੁਰ ਸੁਤ ਲਾਇਕ ਮਰਿਓ ਅਚਾਨਕ। ਆਪੋ ਵਿੱਚ ਹੀ ਕਹਿ ਸੁਣ ਰਹੇ ਹੈ ਗੁਰੂ ਹਰਗੋਬਿੰਦ ਸਾਹਿਬ ਦਾ ਸੁਪੁੱਤਰ ਬੜਾ ਲਾਇਕ ਸੀ ਅਚਨਚੇਤ ਹੀ ਉਹ ਸਰੀਰ ਛੱਡ ਗਿਆ ਹੈ। ਕਹਾ ਭਇਓ ਜਾਣੈ ਸ੍ਰੀ ਨਾਨਕ। ਇਹ ਵੇ ਕੀ ਹੋ ਗਿਆ ਇਹ ਤਾਂ ਗੁਰੂ ਨਾਨਕ ਸਾਹਿਬ ਹੀ ਜਾਣਨ। ਸਦਨ ਪ੍ਰਵੇਸੇ ਸਾਗਰੇ ਜੋ ਆਪੋ ਆਏ। ਵਿੱਚ ਹੀ ਕਹਿੰਦੇ ਸੁਣਦੇ ਹੋਏ ਆਪੋ ਆਪਣੇ ਘਰਾਂ ਵਿੱਚ ਆਪ ਪ੍ਰਵੇਸ਼ ਹੋਏ। ਆਦੇ ਨਾਨਕੀ ਮਨ ਦੁਖ ਪਾਏ। ਨਾਨਕੀ ਤੋਂ ਆ ਲੈ ਕੇ ਹੋਰ ਜਿੰਨਾ ਪਰਿਵਾਰ ਮਨ ਵਿੱਚ ਦੁੱਖ ਪਾ ਰਿਹਾ ਹੈ। ਤ੍ਰਿਏ ਤੇ ਪੂਰਨ ਭੇ ਘਰ ਸਾਰੇ। ਇੰਨੀਆਂ ਕੀਰਤਪੁਰ ਦੀਆਂ ਮਾਈਆਂ ਬੀਬੀਆਂ ਉਹਨਾਂ ਕਰਕੇ ਇਹ ਜਿਹੜਾ ਗੁਰੂ ਕਾ ਘਰ ਹੈ ਮਹਿਲ ਹੈ ਪੂਰਾ ਭਰ ਗਿਆ ਹੈ। ਗੁਜਰਿਓ ਅਚਰਜ ਰੁਦਨ ਪੁਕਾਰੇ। ਚਰਜੀ ਕਹਿਰ ਗੁਜਰ ਗਿਆ ਇਸ ਤਰ੍ਹਾਂ ਵਿਰਾਗ ਕਰਦੇ ਹੋਏ। ਦੋਹਰਾ ਕੀਰਤ ਪੁਰ ਕੀ ਨਾਰ ਸਭ। ਸ੍ਰੀ ਕੀਰਤਪੁਰ ਦੀਆਂ ਜਿੰਨੀਆਂ ਵੀ ਇਸਤਰੀਆਂ ਹਨ। ਨਿਧੀ ਆਨ ਸਮੁਦਾਇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਜਿਹੜਾ ਰਹਿਸ਼ੀ ਮਕਾਨ ਗੁਰੂ ਕੇ ਮਹਿਲ ਉਹਦੇ ਵਿੱਚ ਆ ਮਿਲੀਆਂ ਇਕੱਠੀਆਂ ਹੋਈਆਂ। ਮਿਲ ਮਿਲ ਰੋਦਤ ਸ਼ਬਦ ਕੋ। ਜਿਵੇਂ ਮਾਈਆਂ ਦਾ ਸੁਭਾਅ ਹੈ ਮਿਲ ਮਿਲ ਕੇ ਰੋਂਦੀਆਂ ਹਨ ਤੇ ਆਵਾਜ਼ ਕਰਦੀਆਂ। ਉੱਚੇ ਰੌਰ ਉਠਾਏ। ਕੀ ਜਾ ਰੌਲਾ ਇਹਨਾਂ ਨੇ ਸ਼ੁਰੂ ਕੀਤਾ ਹੈ। ਚੌਪਈ ਪੁਰਜਨ ਸਾਗਰੇ ਗੁਰ ਢਿਗ ਆਏ। ਜਿੰਨੇ ਕੀਰਤਪੁਰ ਵਾਸੀ ਹੈ ਸਾਰੇ ਸਤਿਗੁਰੂ ਕੋਲ ਪਰਚਾਉਣੀ ਕਰਨ ਲਈ ਆਏ। ਬੈਠੇ ਸਭਾ ਬਿਲੰਦ ਲਗਾਏ। ਗੁਰੂ ਹਰਗੋਬਿੰਦ ਸਾਹਿਬ ਬੜਾ ਤਕੀ ਦੂਰ ਤੱਕ ਦੀਵਾਨ ਲਾ ਕੇ ਸਭਾ ਲਾ ਕੇ ਬੈਠ
ਬੈਠ ਗਏ ਨੇ। ਅਚਰਜ ਭਇਓ ਅਚਾਨਕ ਇਹ ਜਿੰਨੇ ਮਾਈ ਭਾਈ ਹੈ ਸਤਿਗੁਰੂ ਨੂੰ ਆ ਕੇ ਕਹਿੰਦੇ ਮਹਾਰਾਜ ਤਾਂ ਅਚਰਜੀ ਹੋ ਗਈ ਗੱਲਬਾਤ। ਨਹਿ ਜਾਣੀ ਏਮ ਤਨ ਤਜ ਦੇ ਅਸੀਂ ਤਾਂ ਉਹ ਗੱਲ ਜਾਣੀ ਨਹੀਂ ਸੀ ਵੀ ਇਸ ਤਰ੍ਹਾਂ ਸ੍ਰੀ ਗੁਰੂ ਦਿੱਤਾ ਜੀ ਸ਼ਸ਼ਰੀ ਛੱਡ ਦੇਣਗੇ। ਤਰਨ ਬੈਸ ਬਹੁ ਮ੍ਰਿਦਲ ਸੁਭਾਉ ਮੇਰੀ ਜਵਾਨ ਅਵਸਥਾ ਸੀ ਸੁਭਾਅ ਬੜਾ ਕੋਮਲ ਸੀ। ਸੁਖਦ ਸਬਨ ਦੁਖ ਦਾਏ ਨ ਕਾਉ ਸਾਰਿਆਂ ਨੂੰ ਸੁਖ ਦੇਣ ਵਾਲੇ ਸੀ, ਕਿਸੇ ਨੂੰ ਕੋਈ ਦੁੱਖ ਦੇਣ ਵਾਲੇ ਤਾਂ ਉਹ ਹੈ ਹੀ ਨਹੀਂ ਸਨ। ਸਾਦਰਪੁਰ ਮਹਿ ਲੋਕ ਬਸਾਏ ਦੇਖੋ ਮਹਾਰਾ ਬੜੇ ਸਤਿਕਾਰ ਨਾਲ ਲਿਆ ਕੇ ਲੋਕਾਂ ਨੂੰ ਉਹਨਾਂ ਨੇ ਕੀਰਤਪੁਰ ਸਾਹਿਬ ਬਸਾਇਆ ਸੀ। ਸਾਨੂੰ ਬੂਝਤ ਕੁਸ਼ਲ ਸਦਾ ਆਪਨਾਏ ਆਪਣੇ ਜਾਣ ਕੇ ਸਾਨੂੰ ਸਾਰਿਆਂ ਨੂੰ ਰਾਜੀ ਖੁਸ਼ੀਓ ਪੁੱਛਦੇ ਰਹਿੰਦੇ ਸਨ। ਔਰ ਉਦਾਰ ਜਾਚੈ ਜਿਮ ਕੋਈ ਉਹ ਮਹਾਰਾਜ ਸ੍ਰੀ ਗੁਰਦਿੱਤਾ ਦੇ ਬੜੇ ਸਖੀ ਦਾਤੇ ਸੀ, ਜੋ ਮੰਗਦੇ ਸੀ ਉਹੀ ਝਟਪਟ ਸਾਨੂੰ ਦੇ ਦਿਆ ਕਰਦੇ ਸਨ। ਫਟਕਾਰ ਛੂਛ ਨ ਗਮਨਿਓ ਸੋਈ ਸਾਡੇ ਵਿੱਚੋਂ ਜਿਹੜਾ ਵੀ ਸ੍ਰੀ ਗੁਰਦਿੱਤਾ ਜੀ ਦੇ ਕੋਲ ਇੱਕ ਵਾਰੀ ਮੰਗਣ ਲਈ ਗਿਆ ਉਹ ਖਾਲੀ ਨਹੀਂ ਮੁੜ ਕੇ ਗਿਆ। ਨਹਿ ਵਿਕਾਰ ਮਨ ਸ਼ਾਂਤ ਸਰੂਪ ਫਿਰ ਉਹਨਾਂ ਦਾ ਮਨ ਬੜਾ ਸ਼ਾਂਤ ਰਹਿਣ ਵਾਲਾ ਸੀ, ਮਨ ਦੇ ਵਿੱਚ ਕੋਈ ਵਿਕਾਰ ਹੈ ਹੀ ਨਹੀਂ ਸੀ, ਮੰਦ ਵਾਸ਼ਨਾ ਤਾਂ ਹੈ ਹੀ ਨਹੀਂ ਸੀ। ਮਹਾ ਸੁਸ਼ੀਲ ਪ੍ਰਸੰਨ ਅਨੂਪ ਬੜੇ ਸੀਲ ਸੁਭਾਅ ਵਾਲੇ ਸਨ, ਪ੍ਰਸੰਨ ਰਹਿਣ ਵਾਲੇ ਸੀ, ਉਪਮਾ ਤੋਂ ਰਹਿਤ। ਸ੍ਰੀ ਕਰਤਾਰਪੁਰੇ ਰਨ ਠਾਨਤ ਦੇਖੋ ਮਹਾਰਾਜ ਜਦੋਂ ਕਰਤਾਰਪੁਰ ਦੇ ਵਿੱਚ ਚੌਥਾ ਜੰਗ ਹੋਇਆ ਸੀ ਉਦੋਂ ਵੀ ਸ੍ਰੀ ਗੁਰੂ ਦਿੱਤਾ ਜੀ ਨੇ ਬੜਾ ਜੰਗ ਕੀਤਾ ਸੀ। ਅਗਰ ਸਬਨ ਤੇ ਹੋਏ ਰਿਪਹਾਨਤ ਸਾਰਿਆਂ ਸੂਰਬੀਆਂ ਤੋਂ ਅੱਗੇ ਹੋ ਕੇ ਬੈਰੀਆਂ ਨੂੰ ਨਾਸ਼ ਕਰਦੇ ਸਨ। ਜੋਧਾ ਅਧਿਕ ਬਾਨ ਵੱਡ ਮਾਰੇ ਗੁਰੂ ਦਿੱਤਾ ਜੀ ਬੜੇ ਚੰਗੀ ਯੋਧਾ ਸੀ। ਵੇਖੋ ਕਿੰਨੇ ਤੀਰ ਉਹਨਾਂ ਨੇ ਮਾਰੇ ਜੰਗ ਯੁੱਧ ਵਿੱਚ। ਅਰੇ ਅਗਾਰੀ ਸੋ ਨਰ ਹਾਰੇ ਜਿਹੜੇ ਪੁਰਸ਼ ਬੈਰੀ ਅੱਗੇ ਹੋੜੇ ਉਹ ਸਾਰੇ ਹਾਰ ਗਏ, ਨਾਲ ਅੰਬ ਗਏ। ਇਤਿਆਦਿਕ ਗੁਣ ਪਨ ਹੈ ਸੁਨਾਵੈ ਇਸ ਤੋਂ ਲੈ ਕੇ ਗੁਰੂ ਦਿੱਤਾ ਜੀ ਦੇ ਗੁਣਾਂ ਨੂੰ ਕਹਿ ਕੇ ਸੁਣਾਉਂਦੇ। ਸ੍ਰੀ ਸਤਿਗੁਰ ਦੇ ਧੀਰ ਬਤਾਵੈ ਗੁਰੂ ਹਰਿਗੋਬਿੰਦ ਸਾਹਿਬ ਧੀਰ ਦੇ ਕੇ ਸਭ ਨੂੰ ਦੱਸਦੇ ਕਹਿੰਦੇ ਹੁਕਮ ਸਤ ਪਰਮੇਸ਼ਰ ਕੇਰਾ ਭਾਈ ਪਰਮੇਸ਼ਰ ਦਾ ਜਿਹੜਾ ਹੁਕਮ ਹੈ ਉਹ ਹਮੇਸ਼ਾ ਸਤ ਰਹਿੰਦਾ, ਉਹਦਾ ਜਿਹੜਾ ਹੁਕਮ ਹੈ ਅਟਲ ਹੈ। ਕੌਣ ਸਮਰੱਥ ਦੇ ਤਿਸ ਫੇਰਾ ਜਿਹੜਾ ਦੁਨੀਆ ਵਿੱਚ ਤਾਕਤ ਵਾਲਾ ਜਿਹੜਾ ਵਾਹਿਗੁਰੂ ਦੇ ਹੁਕਮ ਨੂੰ ਮੋੜ ਦੇਵੇ। ਸਭ ਹਿਨ ਕੇ ਸਿਰ ਭਾਵੀ ਬਲੀ ਇਹ ਜਿਹੜੀ ਕਹਿੰਦੇ ਪਰਮੇਸ਼ਰ ਦੀ ਭਾਵੀ ਹੈ ਸਾਰਿਆਂ ਦੇ ਸਿਰ ਤੇ ਬੜੀ ਬਲਵਾਨ ਹੈ। ਸਿਰ ਧਾਰਤ ਨਿਤ ਬੁਰੀ ਕੇ ਭਲੀ ਭਾਵੇਂ ਕਹਿੰਦੇ ਬੁਰੀ ਹੋਵੇ ਭਾਵੇਂ ਚੰਗੀ ਹੋਵੇ ਸਭ ਨੂੰ ਸੀਸ ਤੇ ਧਾਰਨੀ ਪੈਂਦੀ ਹੈ, ਭਾਵੀ ਮੰਨਣੀ ਪੈਂਦੀ ਹੈ। ਭਾਣਾ ਮਾਨਹਿ ਹਰਖਤ ਰਹੈ ਜਿਹੜਾ ਵੀ ਪਰਮੇਸ਼ਰ ਦੇ ਭਾਣੇ ਨੂੰ ਮੰਨਦਾ ਹੈ ਖੁਸ਼ ਹੋ ਰਹਿੰਦਾ ਹੈ। ਨਹੀਂ ਤਰਕ ਪ੍ਰਭ ਕੀ ਦਿਸ਼ ਕਹੈ ਜਿਹੜਾ ਸਿਆਣਾ ਪਰਮੇਸ਼ਰ ਦੀ ਤਰਕ ਕਰੇ ਉਹ ਤਰਕ ਦੇ ਬਚਨ ਨਹੀਂ ਕਹਿੰਦਾ ਵੀ ਇਹ ਕੀ ਤੂੰ ਪਹਾੜ ਚੜ੍ਹਦਾ ਸਾਡਾ ਮਾੜਾ ਕਰਤਾ। ਇਹੋ ਸੰਤਨ ਕੋ ਮਤ ਵਿਚਾਰ ਜਿਹੜਾ ਪਰਮੇਸ਼ਰ ਦੇ ਭਾਣੇ ਵਿੱਚ ਰਾਜੀ ਰਹਿਣਾ ਹੈ ਸਾਧੂ ਸੰਤਾਂ ਦਾ ਮਤ ਵਿਚਾਰ ਲਈ ਗ੍ਰਹਿਣ ਕਰਿਓ ਨੀਕੇ ਨਿਰਤਾਰ ਉਹਨਾਂ ਨੇ ਨਿਰਣਾ ਕਰਕੇ ਚੰਗੀ ਤਰ੍ਹਾਂ ਧਾਰਨ ਕੀਤਾ, ਉਸੇ ਭਾਣੇ ਵਿੱਚ ਗੁਰਦਿੱਤਾ ਜੀ ਰਹੇ। ਇਤਿਆਦਿਕ ਕਹਿ ਬਾਕ ਗੁਸਾਈ ਇਸ ਤੋਂ ਲੈ ਕੇ ਗੁਰੂ ਹਰਿਗੋਬਿੰਦ ਸਾਹਿਬ ਨੇ ਵੀ ਪਰਮੇਸ਼ਰ ਦੇ ਭਾਣੇ ਵਿੱਚ ਹੀ ਰਹਿਣਾ ਚਾਹੀਏ, ਭਾਣਾ ਨੂੰ ਮਿੱਠਾ ਮੰਨੀਏ ਉਹ ਬਚਨ ਕੀਤੇ। ਸਭ ਕੋ ਧੀਰ ਦੀਨ ਹਿਤਵਾਈ ਬੜੀ ਪ੍ਰੇਮ ਪਿਆਰ ਦੇ ਬਚਨ ਕਹਿ ਕੇ ਹਿਰਦੇ ਨਾਲ ਸਭ ਨੂੰ ਧੀਰਜ ਹੌਸਲਾ ਦਿੱਤਾ ਹੈ। ਪੁਨ ਅੰਤਹਿਪੁਰ ਦਾਸ ਪਠਾਏ ਇਹ ਜਿੱਥੇ ਗੁਰੂ ਕੇ ਮਹਿਲ ਉਧਰ ਨੂੰ ਸੇਵਕ ਨੂੰ ਭੇਜਿਆ ਹੈ। ਉੱਚ ਰੋਦਤ ਸਕਲ ਹਟਾਏ ਇਹ ਜਿਹੜੇ ਉੱਚੀ ਉੱਚੀ ਰੋ ਰਹੇ ਆ ਨਾ ਸਾਰਿਆਂ ਨੂੰ ਕਹਿੰਦੇ ਰੋਕੋ ਵੀ ਰੋਣਾ ਬਿਲਕੁਲ ਨਹੀਂ ਹੈ। ਮਾਨਹ ਹਿਤਕਾਰ ਪ੍ਰਭ ਕਾ ਭਾਣਾ ਪਰਮੇਸ਼ਰ ਦਾ ਜਿਹੜਾ ਭਾਣਾ ਬੜੇ ਹਿਤ ਨਾਲ ਪ੍ਰੇਮ ਨਾਲ ਮਿੱਠਾ ਕਰਕੇ ਮੰਨੋ। ਜਿਸ ਅਧੀਨ ਸਭ
ਆਵਣ ਕਿਉਂਕਿ ਜਾਣਾ ਜਿਸ ਪਰਮੇਸ਼ਰ ਦੇ ਕਹਿੰਦੇ ਆਉਣਾ ਜਾਣਾ ਸਾਰਾ ਅਧੀਨ ਆ, ਉਹਦੇ ਬਸ ਹੈ, ਉਹਦੇ ਅਧੀਨ ਕਰਕੇ ਆਉਂਦੇ ਜਾਂਦੇ ਸਭ। ਪੁਨ ਸਾਗਰੇ ਸਨ ਬੰਧਨ ਪਾਸ ਉਦੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਜਿੰਨੇ ਸਾਗ ਸੁਣਦੀ ਉਹਨਾਂ ਦੇ ਕੋਲ ਸੁਧ ਭੇਜੀ ਤੂਰਨ ਗਨ ਦਾਸ ਬਹੁਤੇ ਸੇਵਕਾਂ ਨੂੰ ਭੇਜ ਕੇ ਬੜੀ ਛੇਤੀ ਖਬਰਸਾਰ ਭੇਜੀ ਹੈ। ਧੀਰ ਮਲ ਢਿੱਗ ਪ੍ਰਥਮ ਸਭ ਪਠਾਇਓ ਤੋਂ ਪਹਿਲਾਂ ਜੋ ਸ੍ਰੀ ਗੁਰੂ ਦਿੱਤਾ ਜੀ ਦੇ ਵੱਡੇ ਸਪੁੱਤਰ ਧੀਰਮਲ ਸੀ, ਉਹਨਾਂ ਕੋਲ ਦਾਸ ਨੂੰ ਸਭ ਤੋਂ ਪਹਿਲਾਂ ਭੇਜਿਆ। ਵਿਦ ਸਾਹਿਬ ਕੇ ਸਾਧਨ ਫਿਰ ਪਹੁੰਚਾਇਓ ਬਾਬਾ ਬੁੱਢਾ ਸਾਹਿਬ ਜੀ ਦੇ ਘਰ ਦੇ ਵਿੱਚ ਵੀ ਸੇਵਕ ਨੂੰ ਭੇਜਿਆ ਦੱਸਣ ਲਈ। ਰਾਏ ਜੋਧ ਰੂਪੇ ਢਿੱਗ ਆਹ ਗਇਓ ਜਿਹੜਾ ਕਾਂਗੜ ਨਿਵਾਸੀ ਜੋਧ ਰਾਏ ਹੈ, ਭਾਈ ਕੇ ਰੂਪੇ ਰੂਪ ਚੰਦ ਕੋਲ ਗਿਆ ਹੈ, ਆਏ ਬਟਾਲੇ ਕਹਿ ਕਰ ਦਿਓ ਜਿੱਥੇ ਸ੍ਰੀ ਗੁਰੂ ਦਿੱਤਾ ਜੀ ਬਟਾਲਾ ਸ਼ਹਿਰ ਵਿੱਚ ਵਿਵਾਹੇ ਸਨ। ਸਹੁਰੇ ਘਰ ਦੇ ਵਿੱਚ ਵੀ ਸੇਵਕਾਂ ਨੇ ਆ ਕੇ ਦੱਸ ਦਿੱਤਾ। ਸ੍ਰੀ ਕਰਤਾਰਪੁਰੇ ਮਹਿ ਜਾਏ ਇਸੇ ਤਰ੍ਹਾਂ ਸ੍ਰੀ ਕਰਤਾਰਪੁਰ ਸਾਹਿਬ ਵੀ ਪਹੁੰਚ ਕੇ ਧੀਰ ਮਲ ਕੋ ਕਹੀ ਸੁਨਾਏ ਧੀਰਮਲ ਨੂੰ ਜਾ ਕੇ ਸੇਵਕ ਨੇ ਗੱਲ ਸੁਣਾ ਕੇ ਆਖੀ, ਸ੍ਰੀ ਗੁਰਦਿੱਤਾ ਜੋਤ ਸਮਾਇਓ ਧੀਰਮਲ ਤੇਰੇ ਪਿਤਾ ਗੁਰਦਿੱਤਾ ਜੀ ਸੋਤੀ ਜੋਤ ਸਮਾ ਗਏ। ਸਤਿਗੁਰ ਤੁਮਕੋ ਬੋਲੇ ਪਠਾਇਓ ਇਹ ਗੁਰੂ ਹਰਗੋਬਿੰਦ ਸਾਹਿਬ ਨੇ ਬੁਲਾਉਣ ਲਈ ਮੈਨੂੰ ਤੇਰੇ ਕੋਲ ਭੇਜਿਆ ਹੈ, ਜੇ ਸਟ ਪੁੱਤਰ ਚਲਹੋ ਤਤਕਾਲ ਕਿਉਂਕਿ ਤੂੰ ਗੁਰਦਿੱਤਾ ਜੀ ਦਾ ਸਭ ਤੋਂ ਵੱਡਾ ਪੁੱਤਰ ਹੈ, ਤੂੰ ਤਾਂ ਛੇਤੀ ਦੇ ਕੇ ਚੱਲੋ ਤੇ ਤੁਮਕੋ ਉਚਿਤ ਕਿਰਿਆ ਸ਼ੁਭ ਢਾਲ ਕਿਉਂਕਿ ਦਸਵੇਂ ਦਿਨ ਜਿਹੜੀ ਕੋਈ ਗੁਰਦਿੱਤਾ ਜੀ ਦੇ ਨਿਵੇਦ ਸਾਰੀ ਕਰਮ ਕਿਰਿਆ ਕਰਨੀ ਰੀਤੀ ਕਰਨੀ ਉਹ ਤੇਰੇ ਰਾਹੀਂ ਹੋਣੀ ਹੈ। ਬੇਕਾਰ ਚਲਹੋ ਗ੍ਰੰਥ ਨਿਜ ਸਾਥ ਬਾਕੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਵਿੱਤਰ ਸਰੂਪ ਵੀ ਤੂੰ ਆਪਣੇ ਨਾਲ ਲੈ ਕੇ ਉੱਥੇ ਚੱਲ, ਪਾਠ ਕਰਾਵਨ ਚਾਹਤ ਨਾਥ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਸੁਪੁੱਤਰ ਗੁਰਦਿੱਤਾ ਜੀ ਦੇ ਨਿਮਿਤ ਗੁਰਬਾਣੀ ਦਾ ਪਾਠ ਕਰਵਾਇਆ ਚਾਹੁੰਦੇ। ਬਿਲਮ ਨ ਧਰਹੋ ਗੁਰੂ ਫੁਰਮਾਇਓ ਆ ਗੁਰੂ ਮਹਾਰਾਜ ਨੇ ਐਸੇ ਕਿਹਾ ਵੀ ਹੁਣ ਤੂੰ ਦੇਰੀ ਨਹੀਂ ਕਰਨੀ ਹੈ। ਇਨ ਸੇਵਕ ਸਭ ਹੁਕਮ ਸੁਨਾਇਓ ਕਿਉਂ ਜਿਹੜਾ ਸੇਵਕ ਸੀ ਉਹਨੇ ਸਾਰਾ ਗੁਰੂ ਕਾ ਹੁਕਮ ਧੀਰਮਲ ਨੂੰ ਸੁਣਾ ਦਿੱਤਾ ਵੀ ਛੇਤੀ ਚੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਵਿੱਤਰ ਸਰੂਪ ਲੈ ਕੇ। ਧੀਰ ਮਲ ਤਬ ਹਿਰਦੈ ਵਿਚਾਰੀ ਇਹ ਜਿਹੜਾ ਧੀਰਮਲ ਹੈ ਉਹਨੇ ਹਿਰਦੇ ਸੋਚਿਆ ਵਿਚਾਰਿਆ ਪਿਤ ਪਹੁੰਚਿਓ ਪਰ ਲੋਕ ਵੀ ਮਝਾਰੀ ਮੇਰਾ ਪਿਤਾ ਗੁਰਦਿੱਤਾ ਤਾਂ ਹੁਣ ਸੱਚਖੰਡ ਜਾਈ ਪਹੁੰਚਾ ਹੈ। ਉਹ ਕਾਰਨ ਭਾ ਬੂਝਿਓ ਦਾਸ ਜਿਹੜਾ ਉਹ ਸੇਵਕ ਆਇਆ ਉਹਨੂੰ ਪੁੱਛਣ ਲੱਗਿਆ ਵੀ ਕਿਹੜਾ ਕਾਰਨ ਹੋ ਗਿਆ ਇਸ ਤਰ੍ਹਾਂ। ਸੰਕਟ ਕੌਣ ਭਇਓ ਤਨ ਤਾਸ ਹੋਰ ਇਸ ਸ੍ਰੀ ਗੁਰਦਿੱਤਾ ਜੀ ਦੇ ਸਿਰ ਕੇ ਕਿਹੜਾ ਦੁੱਖਾ ਹੋਇਆ ਜਿਸ ਕਰਕੇ ਉਹ ਸਰੀਰ ਛੱਡ ਗਏ। ਕਹਾ ਅਚਾਨਕ ਤਜਿਓ ਸਰੀਰ ਇਸ ਤਰ੍ਹਾਂ ਉਹਨਾਂ ਨੇ ਅਚਨਚੇਤ ਵੀ ਸਰੀਰ ਛੱਡ ਦਿੱਤਾ। ਭਈ ਕੌਣ ਐਸੀ ਤਨ ਪੀਰ ਜਿਹੜੀ ਕਹਿੰਦੇ ਉਹਨਾਂ ਦੇ ਸਰੀਰ ਤੇ ਇੰਨੀ ਪੀੜ ਤਕਲੀਫ ਹੋ ਗਈ ਜਿਸ ਕਰਕੇ ਉਹ ਚਲੇ ਗਏ। ਤਬ ਪ੍ਰਸੰਗ ਸਭ ਦਾਸ ਸੁਨਾਇਓ ਉਦੋਂ ਜਿਹੜਾ ਸੇਵਕ ਦਿਆ ਸੀ ਉਹਨੇ ਸਾਰਾ ਪ੍ਰਸੰਗ ਖੋਲ ਕੇ ਸੁਣਾ ਦਿੱਤਾ। ਤੇਨ ਜਿਵਾਏ ਸਦਨ ਕੋ ਆਇਓ ਬਈ ਸ਼ੂਰਵੀਰ ਤੋਂ ਦੋ ਮਰ ਗਈ ਸੀ, ਗੁਰਦਿੱਤਾ ਜੀ ਨੇ ਜਵਾਈ ਤੇ ਉਹ ਘਰ ਵਿੱਚ ਆ ਗਏ ਸਨ। ਸੁਨੇ ਭਨੇ ਕੁਛ ਗੁਰ ਸੋ ਬੈਨ ਬਈ ਗੁਰੂ ਦਿੱਤਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਤੋਂ ਬਚਨ ਕੋ ਸੁਣੇ ਵੀ ਸਨ ਤੇ ਕੁਝ ਕਹੇ ਵੀ ਸਨ ਆਪਣੇ ਵੱਲੋਂ। ਤਤ ਛੇਨ ਗਮਨਿਓ ਤਜ ਕਰ ਐਨ ਬਸ ਕਹਿੰਦੇ ਘਰ ਵਿੱਚੋਂ ਨਿਕਲ ਕੇ ਘਰ ਛੱਡ ਕੇ ਬਾਹਰ ਪਹਾੜ ਵੱਲ ਨੂੰ ਚਲੇ ਗਏ। ਅਲਪ ਸੈਲ ਪਰ ਚੜ ਕਰ ਥੇਰੇ ਛੋਟਾ ਜਿਹਾ ਪਹਾੜ ਸੀ ਉਹਦੇ ਤੇ ਚੜ ਕੇ ਟਿਕ ਗਏ। ਆਸ ਧਰਨ ਕੁਛ ਕੇ ਪਰ ਪਰੇ
ਘਾਹ ਪੂਜਾ ਇਕੱਠਾ ਕਰਕੇ ਵਿਛਾ ਲਿਆ, ਉਹਦੇ ਤੇ ਲੇਟ ਗਏ, ਪੈ ਗਏ। ਤਨ ਕੋ ਤਿਆਗ ਗਏ ਪਰ ਲੋਕ, ਬਸ ਰਹੀ ਸੀਰ ਮਲ, ਸਰੀਰ ਨੂੰ ਛੱਡ ਕੇ ਸੱਚਖੰਡ ਨੂੰ ਚਲੇ ਗਏ। ਸੁਨਤ ਸਭਨ ਕੇ ਉਪਜਿਓ ਸ਼ੋਕ, ਵੇਦ ਵਾਸੀਆਂ ਨੂੰ ਸੁਣ ਕੇ ਸਾਰਿਆਂ ਦੇ ਮਨਾਂ ਵਿੱਚ ਗਮ ਪੈਦਾ ਹੋਇਆ। ਧੀਰ ਮਲ ਤਬ ਸੁਨਤ ਬਖਾਨੀ, ਧੀਰ ਮਲ ਨੇ ਦਾਸ ਤੋਂ ਸੁਣ ਕੇ ਫਿਰ ਗੱਲ ਆਖੀ। ਗੁਰ ਕੀ ਗਤ ਮੈਂ ਪੂਰਬ ਕਹਿੰਦੇ ਜਾਨੀ, ਗੁਰੂ ਹਰਗੋਬਿੰਦ ਸਾਹਿਬ ਦੀ ਰੀਤੀ ਮਰਜ਼ਾਦਾ ਤਾਂ ਮੈਂ ਪਹਿਲਾਂ ਹੀ ਜਾਣਨੀ ਸੀ। ਸੁਤ ਪੌਤਰਨ ਕੋ ਮੋਹ ਨ ਲੇਸ਼, ਮੈਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਨ ਦੇ ਵਿੱਚ ਨਾ ਆਪਣੇ ਪੁੱਤਰਾਂ ਦਾ ਮੋਹ, ਨਾ ਪੁੱਤਰਿਆਂ ਦਾ ਮਾੜਾ ਮੋਟਾ ਮੋਹ ਹੈ। ਜੋ ਮਨ ਭਾਵਤ ਕਰਤ ਅਸ਼ੇਸ਼, ਜੈ ਮਹਾਰਾਜ ਦੇ ਮਨ ਵਿੱਚ ਆਉਂਦਾ ਵਿਸ਼ੇਸ਼ ਕਰਕੇ ਉਵੇਂ ਕਰਦੇ, ਜਾਨੀ ਮਨ ਮਰਜੀ ਕਰਦੇ ਆ ਉਹ। ਅਟਲ ਰਾਏ ਕੋ ਤਿਮ ਤਨ ਤਿਆਗਾ, ਕਹਿੰਦੇ ਦੇਖੋ ਉਸੇ ਤਰ੍ਹਾਂ ਟਲਵਾਏ ਜੀ ਨੇ ਸ੍ਰੀ ਛੱਡਿਆ ਸੀ। ਨਹਿ ਅਨਰਾਗ ਬਿਲੰਬ ਨ ਲਾਗਾ, ਕਹਿੰਦੇ ਕੋਈ ਉਹਨਾਂ ਨਾਲ ਪ੍ਰੇਮ ਪਿਆਰ ਹੀ ਨਹੀਂ ਕੀਤਾ, ਉਹਨੇ ਦੇਰੀ ਨਹੀਂ ਲੱਗੀ, ਸ੍ਰੀ ਛੱਡਣ ਲੱਗਿਆ। ਮੋਸੋ ਰਹਿ ਸਦਾ ਰੁਖ ਫੇਰੇ, ਬਾਕੀ ਵੀ ਮੇਰੇ ਵੱਲੋਂ ਵੀ ਜਿਹੜਾ ਰੁੱਖ ਜਾ ਖਿਆਲ ਜਾ ਮਾਰਾ ਮੋੜ ਕੇ ਰੱਖਦੇ, ਮੇਰੇ ਨਾਲ ਵੀ ਬਹੁਤਾ ਕੋਈ ਮੋਹ ਪਿਆਰ ਨਹੀਂ ਕਰਦੇ। ਨਿਜ ਬੁੱਧ ਬਲ ਤੇ ਭਲ ਬਿਦ ਹੇਰੇ, ਮੈਂ ਆਪਣੀ ਬੁੱਧੀ ਨਾਲ ਬਲ ਨਾਲ ਕਹਿੰਦੇ ਚੰਗੀ ਤਰ੍ਹਾਂ ਦੇਖਿਆ ਵੀ ਮੇਰੇ ਨਾਲ ਕੋਈ ਖਾਸ ਰੁੱਖ ਨਹੀਂ ਰੱਖਦੇ। ਰਹੋ ਸੰਗ ਤੋ ਨਹਿ ਕਲਿਆ, ਜੇ ਬਈ ਮੈਂ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਰਹਾ, ਮੇਰੇ ਲਈ ਤਾਂ ਖੈਰ ਸੁੱਖ ਦੀ ਗੱਲ ਨਹੀਂ। ਹੱਥ ਸਤਰਨ ਨਿਤ ਰਹਿ ਅਨਸਾਰ, ਕਿਉਂਕਿ ਬੈਰੀਆਂ ਨੂੰ ਮਾਰ ਕੇ ਤੇ ਫਿਰ ਮੈਂ ਉਹਨਾਂ ਦੇ ਅਨੁਸਾਰ ਹੀ ਰਹਾ। ਅਵਗੁਣ ਕੌਣ ਹੁਤੋ ਤਿਨ ਮਾਹੀ, ਕਹਿੰਦੇ ਉਹਨਾਂ ਦੇ ਵਿੱਚ ਭਲਾ ਕਿਹੜਾ ਔਗਣ ਗੁਨਾਹ ਸੀ, ਜਗ ਮੈਂ ਜੀਵਨ ਦਿਓ ਜੋ ਨਾਹੀ। ਜਿਹੜਾ ਮੇਰੇ ਪਿਓ ਨੂੰ ਸੰਸਾਰ ਦੇ ਵਿੱਚ ਉਹਨਾਂ ਨੇ ਜਾਣ ਨਹੀਂ ਦਿੱਤਾ ਹੈ। ਤੈਨ ਜਿਵਾਏ ਪੁੰਨ ਕੋ ਠਾਨਾ, ਗੌਨ ਜਵਾ ਕੇ ਮੇਰੇ ਪਿਤਾ ਗੁਰਦਿੱਤਾ ਨੇ ਬੜਾ ਪੁੰਨੀ ਕੀਤਾ ਸੀ। ਤਿਨਹੋ ਜਾਨ ਤਜਵਾਏ ਪ੍ਰਾਨਾ, ਕਹਿੰਦੇ ਉਹਨਾਂ ਨੇ ਜਾਣ ਕੇ ਦਾਦੇ ਗੁਰੂ ਨੇ ਕਹਿੰਦੇ ਜ਼ਬਰਦਸਤੀ ਉਹਨਾਂ ਤੋਂ ਪ੍ਰਾਣ ਛਡਵਾਏ। ਮੈਂ ਅਬ ਜਾਉ ਕਹਾ ਇਹ ਜੋਗ, ਜੇ ਭਲਾ ਮੈਂ ਉਹਨਾਂ ਕੋਲ ਪੋਤਰਾ ਚਲਾ ਜਾ, ਮੇਰੇ ਲਈ ਕੀ ਯੋਗਤਾ ਵਾਲੀ ਗੱਲ। ਕਹਾ ਕਹਾਂਗੇ ਪਿਖ ਸਭ ਲੋਕ, ਸਾਰੇ ਲੋਕ ਵੇਖ ਵੇਖ ਕੇ ਕੀ ਆਖਣਗੇ ਮੈਨੂੰ ਤੇ ਇਹਨਾਂ ਨੂੰ। ਜਿਨਹੋ ਬਾਕ ਕਹਿ ਮਮ ਪਿਤ ਹਤਿਓ, ਜਿਨ੍ਹਾਂ ਨੇ ਵਚਨ ਕਹਿ ਕੇ ਮੇਰੇ ਪਿਤਾ ਨੂੰ ਮਰਵਾ ਦਿੱਤਾ। ਮੋ ਸੰਗ ਕਹਾ ਭਲੋ ਅਬ ਚੇਤਿਓ, ਮੇਰੇ ਵਾਸਤੇ ਭਲਾ ਉਹਨਾਂ ਨੇ ਕੀ ਚੰਗਾ ਸੋਚਿਆ ਹੋਵੇਗਾ। ਲਰਤ ਸ਼ਾਹ ਸੋ ਸਕਲ ਬਿਗਾਰਾ, ਐਵੇਂ ਸ਼ਾਹ ਨਾਲ ਲੜ ਲੜ ਕੇ ਆਪਣਾ ਸਾਰਾ ਕੰਮ ਉਹਨਾਂ ਨੇ ਵਿਗਾੜ ਲਿਆ। ਲੱਖ ਲਸ਼ਕਰ ਤੁਰਕਨ ਮਾਰਾ, ਕਹਿੰਦੇ ਫਿਊ ਲੱਖਾਂ ਮੁਸਲਿਆਂ ਦਾ ਉਹਨਾਂ ਨੇ ਮਾਰ ਸਟਿਆ। ਸ੍ਰੀ ਕਰਤਾਰਪੁਰਾ ਧਨ ਧਾਮ, ਦੇਖੋ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਹੀ ਸਾਡਾ ਘਰ ਹੈ, ਹੋਰ ਧਨ ਪਦਾਰਥ ਹੈ। ਤਾਜ ਗਮਨੇ ਬਹੁ ਕਰ ਸੰਗਰਾਮ, ਕਹਿੰਦੇ ਬੜਾ ਭਾਰੀ ਜੰਗ ਚੁੱਧ ਕਰਕੇ ਤੇ ਉਹ ਸਭ ਕੁਝ ਛੱਡ ਕੇ ਘਰ ਵੀ ਧਨ ਵੀ ਚਲੇ ਗਏ। ਔਰ ਵਿਚਾਰ ਆਪਣੀ ਬੁੱਧ ਭਲੇ, ਕਹਿੰਦੇ ਮੈਂ ਆਪਣੇ ਹਿਰਦੇ ਵਿੱਚ ਵਿਚਾਰ ਕੇ ਆਪਣੀ ਚੰਗੀ ਤਰ੍ਹਾਂ ਬੁੱਧੀ ਨਾਲ ਲਿਖ ਮੈਂ ਪਠਿਓ ਸ਼ਾਹ ਜਿਮ ਮਿਲੇ, ਜਿਵੇਂ ਪਾਤਸ਼ਾਹ ਮੈਨੂੰ ਮਿਲੇ ਜੁੜੇ ਮਿਲਿਆ ਰਹੇ, ਮੈਨੂੰ ਮਿਲਾਪ ਹੋਏ ਜਾਂ ਮੈਂ ਚਿੱਠੀਆਂ ਲਿਖ ਕੇ ਭੇਜਦਾ ਰਿਹਾ। ਹੋਤ ਉਪਾਦ ਅਨੇਕ ਪ੍ਰਕਾਰ, ਵੇ ਅਨੇਕਾਂ ਪ੍ਰਕਾਰ ਦੀਆਂ ਲੜਾਈਆਂ ਪਧਰਨਾ ਹੋਣ। ਕਰੀ ਸੰਦ ਸਭ ਕਾਜ ਸਵਾਰ, ਮੈਂ ਤਾਂ ਵੀ ਸ਼ਾਹਜਹਾਨ ਨਾਲ ਸੰਧੀ ਕਰ ਲਈ, ਮੇਲ ਮਿਲਾਪ ਕਰ ਲਿਆ, ਸਾਰੇ ਕੰਮ ਸੰਭਾਲ ਲਏ। ਨਤਪੁਰ ਬਾਡਨ ਬਸਾਇ ਵਜੇਤੋ, ਨਹੀਂ ਤਾਂ ਲੇਖ ਲੋ ਵੱਡੇ ਸਤਿਗੁਰੂ ਅਰਜਨ ਦੇਵ ਜੀ ਦਾ ਜਿਹੜਾ ਇਹ ਕਰਤਾਰਪੁਰ ਸਾਹਿਬ ਵਸਾਇਆ ਸੀ। ਤੁਰ ਕੇਸ਼ਰ ਆਪਨਾਏ ਸੁਲੇਤੋ, ਜੇ ਮੈਂ ਚਿੱਠੀਆਂ ਨਾ ਭੇਜਦਾ, ਸ਼ਾਹਜਹਾਨ ਨੇ ਕਹਿੰਦੇ ਉਹਨੂੰ ਆਪਣਾ ਬਣਾ ਲੈ, ਇੱਥੇ ਸਾਰਿਆਂ ਤੇ ਉਹਨੇ ਹਕੂਮਤ ਕਾਇਮ ਕਰ ਦਿੰਨੀ ਸੀ। ਸਭ ਧਨ ਧਾਮ ਨਗਰ ਕੋ ਰਾਖਾ, ਦੇਖ ਲੋ ਮੈਂ ਸਿਆਣੇ ਧੀਰ ਮਲ ਨੇ ਸਾਰਾ ਧਨ ਵੀ, ਸਾਰਾ ਘਰ ਵੀ, ਸਾਰਾ
ਕਰਤਾਰਪੁਰ ਸਾਹਿਬ ਵੀ ਨਿਭਾ ਕੇ ਬਚਲੇ ਬਿਠਾ ਕੇ ਰੱਖ ਲਿਆ। ਨਿਜ ਬੁੱਧ ਬਲ ਤੇ ਮੈਂ ਕਰ ਕਾਂਖਾ ਆਪਣੀ ਬੁੱਧੀ ਦੇ ਬਲ ਕਰਕੇ ਮੈਂ ਇੱਛਾ ਕਰਕੇ ਉਹ ਸਾਰਾ ਰੱਖ ਲਿਆ ਬਚਾ। ਅਬ ਮੈਂ ਜਾਉ ਬਿਗਰ ਸਭ ਜਾਵੇ। ਮੈਂ ਵੀ ਜੇ ਮੈਂ ਹੁਣ ਗੁਰੂ ਮਹਾਰਾਜ ਦਾ ਬਚਨ ਮੰਨ ਕੇ ਕਹਿੰਦੇ ਉਹਨਾਂ ਦੇ ਕੋਲ ਚੋਂ ਮੇਰਾ ਤਾਂ ਕੰਮ ਹੀ ਸਾਰਾ ਵਿਗੜ ਜਾਏ। ਗੁਰ ਢਿੱਗ ਤੇ ਕੁਛ ਹਾਥ ਨ ਆਵੇ। ਤੇ ਗੁਰੂ ਹਰਗੋਬਿੰਦ ਸਾਹਿਬ ਕੋਲ ਜਾਣ ਕਰਕੇ ਮੇਰੇ ਹੱਥ ਤਾਂ ਕੁਝ ਆਉਣਾ ਨਹੀਂ, ਮੈਨੂੰ ਤਾਂ ਕੁਝ ਮਿਲਣਾ ਨਹੀਂ। ਕੋ ਜਾਣੈ ਕਿਸ ਦੈ ਹੈ ਗਾਦੀ। ਇਸ ਗੱਲ ਨੂੰ ਕੌਣ ਕੋਈ ਜਾਣਦਾ ਵੀ ਕਿਹਨੂੰ ਗੁਰਤਾ ਗੱਦੀ ਦੇਣਗੇ। ਉਹ ਲੈ ਹੈ ਕੌਣ ਕਰਹਿ ਮੁੱਧ ਸ਼ਾਦੀ। ਜਿਹੜਾ ਗੁਰਤਾ ਗੱਦੀ ਲੈ ਕੇ ਕਹਿੰਦੇ ਖੁਸ਼ੀਆਂ ਤੇ ਪ੍ਰਸੰਨਤਾ ਕਰੇਗਾ। ਜਾਂ ਤੇ ਮੈਂ ਨਹਿ ਜੈਬੇ ਜੋਗ। ਇਸ ਕਰਕੇ ਵੀ ਮੈਨੂੰ ਤਾਂ ਗੁਰੂ ਹਰਗੋਬਿੰਦ ਸਾਹਿਬ ਕੋਲ ਜਾਣਾ ਲੋਭ ਹੀ ਨਹੀਂ ਹੈ। ਵਰਜਹਿ ਮੋਹਿ ਮੁਸਾਹਿਬ ਲੋਕ। ਜਿਹੜੇ ਵੀ ਸ਼ਾਹਜਹਾਂ ਦੇ ਅਹਿਲਕਾਰ ਸਿਆਣੇ ਲੋਕ ਮੈਨੂੰ ਰੋਕ ਰਹੇ ਆ ਵੀ ਤੂੰ ਨਾ ਉਹਨਾਂ ਕੋਲ ਜਾਈ। ਸੁਨਤ ਦਾਸ ਤਿਸ ਮਾਤਾ ਪਾਸ। ਸੁਣ ਕੇ ਜਿਹੜਾ ਦਾਸ ਸੀ ਇਸ ਧੀਰਮਲ ਦੀ ਮਾਤਾ ਦੇ ਕੋਲ ਗਇਓ ਤਬੈ ਜਹ ਬੀਚ ਆਵਾਸ। ਜਿੱਥੇ ਉਹ ਘਰ ਦੇ ਵਿੱਚ ਬੈਠੀ ਸੀ ਉੱਥੇ ਦਾਸ ਚਲਿਆ ਗਿਆ। ਸਰਬ ਪ੍ਰਸੰਗ ਸੁਨਾਵਨ ਕਰਿਓ। ਸਾਰਾ ਸੱਚਖੰਡ ਗਵੰਦਾ ਪ੍ਰਸੰਗ ਜਿਵੇਂ ਧੀਰਮਲ ਨੇ ਕਿਹਾ ਉਹ ਸਾਰਾ ਪ੍ਰਸੰਗ ਸੁਣਾਉਣਾ ਕੀਤਾ। ਧੀਰ ਮਲ ਕੋ ਕਹਿਓ ਉਚਾਰਿਓ। ਜੋ ਧੀਰਮਲ ਨੇ ਆਖਿਆ ਸੀ ਉਹ ਵੀ ਇਹਦੇ ਮਾਤਾ ਕੋਲੋਂ ਝਾੜ ਕੇ ਕਿਹਾ ਵੀ ਉਹ ਕਹਿ ਰਿਹਾ ਇਸ ਤਰ੍ਹਾਂ। ਨੇਤੀ ਸੁਨਤ ਦਹਿਲ ਔਰ ਭਇਓ। ਨਿਹਾਲ ਕੌਰ ਨੇ ਸੁਣ ਕੇ ਹਿਰਦੇ ਵਿੱਚ ਉਹਦੇ ਬੜਾ ਕਹਿੰਦੇ ਕੰਬਾ ਜਾ ਛੁੱਟਿਆ। ਹਿਰਦੈ ਬਿਖਾਦ ਬਹੁਤ ਉਪਜਿਓ। ਆਪਣੇ ਹਿਰਦੇ ਵਿੱਚ ਬਹੁਤਾ ਦੁੱਖ ਪੈਦਾ ਕੀਤਾ। ਬੈਠ ਭੂਮ ਪਰ ਰੋਦਨ ਠਾਨਾ। ਧਰਤੀ ਉੱਪਰ ਬੈਠ ਕੇ ਇਹਨੇ ਵੀ ਰੋਣਾ ਜਾਂ ਸ਼ੁਰੂ ਕਰ ਦਿੱਤਾ। ਪਤ ਹੱਥ ਤੇ ਕੀਏ ਸ਼ੋਕ ਮਹਾਨ। ਵੀ ਮੇਰੇ ਪਤੀ ਚਲੇ ਗਏ ਹਨ ਇਸ ਕਰਕੇ ਮਹਾਨ ਸ਼ੋਕ ਗਮ ਕੀਤਾ। ਸੋਨਪੁਰ ਤ੍ਰਿਏ ਪਹੁੰਚੀ ਸਮਦਾਈ। ਆਇਓ ਸੁਣ ਕੇ ਕਰਤਾਰਪੁਰ ਦੀਆਂ ਬਹੁਤ ਮਾਈਆਂ ਦੁਨੀਆਂ ਪਹੁੰਚੀਆਂ ਕੋਲ। ਮਿਲ ਮਿਲ ਰੋਦਨ ਸ਼ਬਦ ਉਠਾਈ। ਹੋਏ ਨਿਹਾਲ ਕੌਰ ਨਾਲ ਮਿਲ ਮਿਲ ਕੇ ਵਿਰਾਗ ਕਰ ਰਹੀਆਂ ਬਹੁਤ। ਸਾਗਰੇ ਮਾਨਵ ਤਬ ਬਿਸਮਾਏ। ਸਾਰੇ ਕਰਤਾਰਪੁਰ ਦੇ ਲੋਕ ਜਿਹੜੇ ਚਰਜੇ ਹੋ ਗਏ। ਧੀਰ ਮਲ ਕੇ ਨਿਕਟ ਸਿਧਾਏ। ਸਾਰੇ ਪਰਚਾਉਣੀ ਕਰਨ ਲਈ ਧੀਰਮਲ ਕੋਲ ਚਲੇ ਗਏ। ਚਤੁਰ ਘਟੀ ਲਗ ਮਿਲ ਮਿਲ ਗਏ। 4 ਘੜੀਆਂ ਤੱਕ ਬੈਠ ਕੇ ਮਿਲ ਮਿਲ ਕੇ ਚਲੇ ਗਏ। ਗੁਰ ਸੋਤ ਗੁਣ ਗਾਨ ਸਿਮਰਤ ਭਏ। ਗੁਰੂ ਹਰਗੋਬਿੰਦ ਸਾਹਿਬ ਦੇ ਸੁਪੁੱਤਰ ਸ੍ਰੀ ਗੁਰੂ ਸਾਹਿਬ ਜੀ ਦੇ ਖੂਹ ਗੁਣਾਂ ਨੂੰ ਚੇਤੇ ਕਰ ਰਹੇ। ਜਬ ਹੈ ਇਕਾਂਕੀ ਨਿਸਮਹਿ ਹੋਵਾ। ਜਦੋਂ ਕਹਿੰਦੇ ਇਸ ਤਰ੍ਹਾਂ ਰਾਤ ਦੇ ਸਮੇਂ ਧੀਰਮਲ ਇਕੱਲਾ ਹੋ ਗਿਆ। ਨੇਤੀ ਜਾਏ ਪੁੱਤਰ ਕੋ ਜੋਵਾ। ਨਿਹਾਲ ਕੌਰ ਮਾਤਾ ਨੇ ਜਾ ਕੇ ਧੀਰਮਲ ਪੁੱਤਰ ਨੂੰ ਦੇਖਿਆ। ਤਿਹ ਸਮਝਾਵਨ ਕੋ ਤਬ ਕਹਿਓ। ਆਪਣੇ ਪੁੱਤਰ ਧੀਰਮਲ ਨੂੰ ਸਮਝਾਉਣ ਵਾਸਤੇ ਮਾਤਾ ਨੇ ਕਿਹਾ ਸੁਨੋ ਪੁੱਤਰ ਕਿਆ ਚਿਤ ਮੈਂ ਚਾਹਿਓ। ਸੋਨੂੰ ਤੂੰ ਚਿੱਤ ਵਿੱਚ ਕੀ ਕਰਿਆ ਚਾਹਨਾ ਮਨ ਮਰਜੀ। ਚੱਲਬੋ ਕੀਰਤ ਪੁਰ ਬਨ ਆਵੇ। ਪੁੱਤਰ ਕੀਰਤਪੁਰ ਸਾਹਿਬ ਚੱਲ ਕੇ ਜਾਣਾ ਬਣਾਉਂਦਾ ਹੈ। ਇਹਾ ਰਹਿਨ ਆਬ ਕਿਉ ਤੁਮ ਭਾਵੇ। ਕਰਤਾਰਪੁਰ ਵਿੱਚ ਰਹਿਣਾ ਤਿਵੇਂ ਤੈਨੂੰ ਚੰਗਾ ਲੱਗ ਰਿਹਾ। ਸੁਤ ਜੇ ਸਟ ਤੇ ਹੋਤ ਵਿਧਾਨ। ਕਿਉਂਕਿ ਜਿਹੜਾ ਵੱਡਾ ਪੁੱਤਰ ਹੁੰਦਾ ਉਹਦੇ ਕਰਕੇ ਪਿਤਾ ਦੀ ਸਾਰੀ ਰੀਤੀ ਮਰਿਆਦਾ ਹੁੰਦੀ। ਬਹੁਰ ਪਾਗ ਲੈਬੋ ਮਨ ਜਾਨ। ਮਨ ਤੋਂ ਜਾਣ ਲਾ ਵੀ ਦੁਸਹਿਰੇ ਵਾਲੇ ਦਿਨ ਜਿਹੜੀ ਦਸਾਰ ਉਹ ਵੀ ਤਾਂ ਹੀ ਲੈਣੀ ਵੱਡੇ ਪੁੱਤਰ ਨੇ। ਨਿਕਟ ਪਿਤਾਮੇ ਕੇ ਚੱਲ ਲੀਜੈ। ਆਪਣੇ ਦਾਦੇ ਗੁਰੂ ਦੇ ਕੋਲ ਚੱਲ ਕੇ ਦਸਾਰ ਲੈ ਲੈ। ਇਮਨੀਕੋ ਨਿਜ ਹਿਰਦੈ ਲਖੀਜੈ। ਇਸ ਤਰ੍ਹਾਂ ਤੂੰ ਆਪਣੇ ਹਿਰਦੇ ਵਿੱਚ ਆਪਣੇ ਲਈ ਚੰਗਾ ਜਾਣ ਲੈ। ਨਾਹਿ ਤਾ ਪਾਗ ਨ ਪਾਵੈ ਹਾਥ। ਪੁੱਤਰ ਜੇ ਤੂੰ ਕੀਰਤਪੁਰ ਸਾਹਿਬ ਨਾ ਗਿਆ ਤੈਨੂੰ ਦਸਾਰ ਨਹੀਂ ਮਿਲਣੀ ਹੈ। ਨਿਰਨੇ
ਕਰ ਹੇਰਾ ਮਤ ਸਾਥ। ਤੂੰ ਆਪਣੀ ਅਕਲ ਵਾਧੇ ਨਾਲ ਨਿਰਣਾ ਕਰਕੇ ਵੇਖ ਲਾ। ਵੱਡੇ ਪੁੱਤਰ ਕੋ ਸਭ ਅਧਿਕਾਰ। ਕਿ ਜਿਹੜਾ ਵੱਡਾ ਪੁੱਤਰ ਹੁੰਦਾ ਹੈ ਉਹਦਾ ਹੀ ਸਾਰਾ ਹੱਕ ਹੁੰਦਾ। ਗੁਰਤਾ ਆਦਿਕ ਲਖੋ ਉਦਾਰ। ਗੁਰਤਾ ਗੱਦੀ ਆਦਿਕ ਹੈ ਸਾਰਾ ਤੂੰ ਹੀ ਜਾਣ ਲੈ ਵੀ ਤੂੰ ਹੀ ਵੱਡਾ ਤੂੰ ਹੀ ਹੱਕਦਾਰ ਹੋਣਾ ਹੈ। ਸਭ ਤੇ ਛੂਛੋ ਹੀ ਰਹਿ ਜੈ ਜੇ ਤੂੰ ਹੈ। ਪੁੱਤਰ ਉੱਥੇ ਨਾ ਗਿਆ ਸਭ ਪਾਸੇ ਤੂੰ ਖਾਲੀ ਰਹਿ ਜਾਏਗਾ। ਕੁਨ ਸੰਗਤ ਤੇ ਕਿਮ ਪੁਜਵੈ ਅਗਲਾ ਹੈ। ਪੁੱਤਰ ਫਿਰ ਗੁਰੂ ਕੀਆਂ ਸਿੱਖ ਸੰਗਤਾਂ ਤੋਂ ਕਿਵੇਂ ਤੂੰ ਪੂਜਾ ਕਰਾਏਗਾ। ਸੁਨਤ ਧੀਰ ਮਲ ਗੇਰਾ ਬਖਾਨੀ। ਆਪਣੀ ਮਾਤਾ ਨਿਹਾਲ ਕਰ ਤੋਂ ਸੁਣ ਕੇ ਧੀਰ ਮਲ ਨੇ ਗੱਲ ਆਖੀ। ਮੈਂ ਤੋ ਔਰ ਨਿਰਨੈ ਕਰ ਜਾਨੀ। ਕਹਿੰਦੇ ਹੈ ਮਾਤਾ ਮੈਂ ਤੇ ਹਿਰਦੇ ਵਿੱਚ ਨਿਰਣਾ ਕਰਕੇ ਗੱਲ ਜਾਣ ਲਈ ਹੋਈ ਹੈ। ਗੁਰ ਤੇ ਕਛੂ ਹਾਥ ਨਹਿ ਓਏ ਗੁਰੂ ਐ। ਹਰਗੋਬਿੰਦ ਸਾਹਿਬ ਦਾਦੇ ਗੁਰੂ ਤੋਂ ਮੈਨੂੰ ਤਾਂ ਕੋਈ ਹੱਥ ਵਿੱਚ ਆਉਣਾ ਨਹੀਂ ਮੈਨੂੰ ਨਹੀਂ ਕੁਛ ਮਿਲਣਾ। ਮੋਹ ਪਰ ਤਰਕਨ ਅਨਕ ਉਠੈ ਹਾਂ ਹੈ। ਮੇਰੇ ਉੱਪਰ ਤਾਂ ਤਰ੍ਹਾਂ ਤਰ੍ਹਾਂ ਦੀਆਂ ਤਰਕਾਂ ਦੇ ਯੋਗ ਚੰਗੇ ਠਾਉਂਦੇ ਕਰਦੇ। ਤਹਾਂ ਗਏ ਤੇ ਗ੍ਰੰਥ ਮੰਗਾਏ। ਇਹ ਮਾਤਾ ਜੀ ਮੈਂ ਕੀਰਤਪੁਰ ਸਾਹਿਬ ਚਲਿਆ ਗਿਆ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕਹਿ ਕੇ ਮੈਥੋਂ ਮੰਗਾਉਣਗੇ। ਤਬ ਹਮ ਛੂਛੇ ਹੀ ਰਹਿ ਜਿਹੜਾ ਸ਼੍ਰੀ ਗੁਰੂ ਜਾਏ। ਗ੍ਰੰਥ ਸਾਹਿਬ ਦਾ ਸਰੂਪ ਸ਼੍ਰੀ ਕੀਰਤਪੁਰ ਸਾਹਿਬ ਚਲਿਆ ਗਿਆ ਮਾਤਾ ਫਿਰ ਆਪੇ ਤਾਂ ਬਿਲਕੁਲ ਹੀ ਖਾਲੀ ਰਹਿ ਜਾਵਾਂਗੇ। ਗ੍ਰੰਥ ਨਿਕਟ ਤੇ ਗੁਰ ਮੈਂ ਆਹਾਂ। ਇਹ ਮਾਤਾ ਜੀ ਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮੇਰੇ ਕੋਲ ਹੈ ਫਿਰ ਤਾਂ ਮੈਂ ਬਣਿਆ ਬਣਾਈ ਧੀਰਮਲ ਗੁਰੂ ਹੈਗਾ। ਸਭ ਸੰਗਤ ਤੇ ਪੂਜਾ ਲਹਾਂ। ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਆਸਰੇ ਗੁਰੂ ਬਣ ਕੇ ਸਾਰੀਆਂ ਸੰਗਤਾਂ ਤੋਂ ਪੂਜਾ ਪੂਟਾ ਮੈਂ ਲੈਂਦਾ ਰਹਾ। ਕਿਉ ਗੁਰੂ ਕੇ ਗੁਰ ਨਹਿ ਬਨਾ। ਕਹਿੰਦੇ ਵੀ ਗੁਰੂ ਹਰਗੋਬਿੰਦ ਸਾਹਿਬ ਦਾ ਗੁਰੂ ਬਣਾਇਆ ਮੈਂ ਗੁਰੂ ਨਹੀਂ ਹੋਵਾਂਗਾ। ਤਿਨ ਢਿਗ ਜਾਓ ਨ ਮੈਂ ਸੱਚ ਭਾਨਾ। ਨਾ ਤਾਂ ਮੈਂ ਤਾਂ ਸੱਚ ਕਹਿ ਰਿਹਾ ਵੀ ਗੁਰੂ ਹਰਗੋਬਿੰਦ ਸਾਹਿਬ ਕੋਲ ਮੈਂ ਨਹੀਂ ਜਾਣਾ ਹੈ। ਤੋਬ ਚਿਤ ਮੈਂ ਜੇ ਪਹੁੰਚਨ ਹਾਂ ਤਹਾਂ। ਮਾਂ ਜੇ ਤੇਰੇ ਚਿੱਤ ਵਿੱਚ ਉੱਥੇ ਪੁੱਜਣ ਦੀ ਚਾਹਨਾ ਹੈਗੀ ਹੈ। ਗਮਨੋਹ ਪ੍ਰਾਤੀ ਮੈਂ ਥਿਰ ਇਹਾ। ਮੈਂ ਤਾਂ ਇੱਥੇ ਕਰਤਾਰਪੁਰ ਟਿਕਿਆ ਰਿਹਾ ਤੂੰ ਮਾਤਾ ਉੱਥੇ ਚਲੀ ਜਾ ਕੀਰਤਪੁਰ। ਕਾਰਨ ਉਚਿਤ ਆਰ ਕਹਿਬੇ ਜੋਗ। ਜਿਹੜਾ ਕੋਈ ਗੱਲਬਾਤ ਕਰਨੀ ਯੋਗ ਹੁੰਦੀ ਹੈ ਜਾਂ ਕਰਨੀ ਹੈ। ਕਰਹੋ ਜਾਏ ਨੀਕੇ ਜਿਮ ਹੋਗ। ਜਿਵੇਂ ਚੰਗੀ ਗੱਲ ਹੋਵੇਗੀ ਮਾਂ ਤੂੰ ਹੀ ਜਾ ਕੇ ਉੱਥੇ ਕਰ ਕਰਾ ਲੈ। ਇਮਤਿਆਰ ਹੋਈ ਤਬ ਨੇਤੀ। ਇਸ ਤਰ੍ਹਾਂ ਧੀਰਮਲ ਦੇ ਕਹਿਣ ਕਰਕੇ ਜਿਹੜੀ ਇਹਦੀ ਮਾਤਾ ਨਿਹਾਲ ਕੌਰ ਕੀਰਤਪੁਰ ਸਾਹਿਬ ਜਾਣ ਨੂੰ ਤਿਆਰ ਹੋ ਗਈ। ਬੜ ਨੰਦਨ ਕੀ ਮਸਲਤ ਸੇਤੀ। ਆਪਣਾ ਵੱਡਾ ਪੁੱਤਰ ਜਿਹੜਾ ਧੀਰਮਲ ਉਹਦੀ ਸਲਾਹ ਦੇ ਨਾਲ ਉਠ ਪ੍ਰਭਾਤ ਸਯੰਦਨ ਜੁਰ ਵਾਇਓ। ਸਵੇਰੇ ਉੱਠ ਕੇ ਮਾਤਾ ਨੇ ਸੋਹਣਾ ਹੱਥ ਜੁੜਵਾ ਲਿਆ। ਕਰ ਤੂਰਨ ਵਿੱਚ ਪੰਥ ਚਲਾਇਓ। ਤੇ ਜੀ ਕਰਕੇ ਉਹ ਰਥ ਨੂੰ ਰਸਤੇ ਵਿੱਚ ਚਲਵਾਇਆ। ਸਗਰੋ ਮਗ ਉਲੰਘ ਸੋ ਗਈ। ਸਾਰਾ ਰਸਤਾ ਲੰਘ ਕੇ ਉਹ ਚਲੀ ਗਈ ਮਾਤਾ। ਕੀਰਤਪੁਰੇ ਪ੍ਰਵੇਸ਼ਤ ਭਈ। ਧੀਰੇ ਧੀਰੇ ਸ੍ਰੀ ਕੀਰਤਪੁਰ ਸਾਹਿਬ ਦੇ ਵਿੱਚ ਆ ਪ੍ਰਵੇਸ਼ ਹੋਈ। ਆਦਿਕ ਸ਼ੋਕ ਤੇ ਰੁਦਤ ਪੁਕਾਰ। ਜਿਵੇਂ ਮਾਈਆਂ ਦਾ ਸੁਭਾਅ ਬੜਾ ਸ਼ੋਕ ਕਰਕੇ ਪੁਕਾਰਾਂ ਕਰਦੀ ਰੋਂਦੀ। ਗੁਰ ਘਰ ਮੈਂ ਪ੍ਰਾਪਤ ਦੁਖਿਆਰ। ਕਿਉਂ ਦੁੱਖ ਨਾਲ ਵਿਆਕੁਲ ਹੋਈ ਗੁਰੂ ਘਰ ਦੇ ਵਿੱਚ ਆ ਪ੍ਰਾਪਤ ਹੋਈ ਪਹੁੰਚੀ। ਜੁਗ ਸਾਸਨ ਸੋ ਮਿਲ ਕਰ ਰੋਈ। ਆਪਣੇ ਦੋਵੇਂ ਜਿਹੜੀਆਂ ਸੱਸਾਂ ਨਾਨਕੀ ਤੇ ਮਰਵਾਈ ਉਹਨਾਂ ਨਾਲ ਉੜ ਕੇ ਬਿਰਾਗ ਕਰਨ ਲੱਗ ਗਈ। ਅੰਤ ਸਮੈ ਪਤ ਨਹਿ ਆਵੇ ਲੋਈ। ਦੇਖੋ ਮੈਂ ਅੰਤ ਦੇ ਸਮੇਂ ਆਪਣੇ ਪਤੀ ਦੇ ਮੁਖ ਨੂੰ ਨਹੀਂ ਵੇਖ ਸਕੀ ਹਾਂ। ਕਿਤਕ ਦੇਰ ਮਹਿ ਧੀਰਜ ਧਾਰੀ। ਕੁਝ ਸਮੇਂ ਤੋਂ ਬਾਅਦ ਫਿਰ ਧੀਰਜੀ ਧਾਰੀ ਹੈ। ਧੀਰ ਮਲ ਕੀ ਗਾਥ ਉਚਾਰੀ। ਧੀਰਮਲ ਦੀ ਜਿਹੜੀ ਗੱਲਬਾਤ ਕਹੀ
ਜਿਮ ਜਿਮ ਕਹਿਓ ਨ ਆਵਨ ਕੀ ਜਿਵੇਂ ਜਿਵੇਂ ਧੀਰਮਲ ਨੇ ਕਿਹਾ ਤੇ ਨਾ ਆਉਣਾ ਕੀਤਾ। ਦਾਸੀ ਕੋ ਸੁਨਾਏ ਸਭ ਦੀਨ ਓਏ ਨਿਹਾਲ ਕੌਰ ਨੇ ਗੁਰੂ ਘਰ ਦੀ ਦਾਸੀ ਨੂੰ ਸਭ ਕੁਝ ਦੱਸ ਦਿੱਤਾ ਵੀ ਇਸ ਤਰ੍ਹਾਂ ਧੀਰਮਲ ਨਹੀਂ ਆਇਆ ਹੈ। ਸੋ ਚੱਲ ਗਈ ਗੁਰੂ ਕੇ ਤੀਰ ਉਹ ਜਿਹੜੀ ਦਾਸੀ ਇਹ ਤਾਂ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਚਲੀ ਧੀਰ ਮਲ ਕੀ ਭਨੀ ਅਧੀਰ ਜਿਹੜਾ ਧੀਰ ਮੱਲ ਹੈ ਉਹਦੀ ਧੀਰ ਤੋਂ ਰਹਿਤ ਜਿਹੜੀ ਗੱਲਬਾਤ ਇਹਨੂੰ ਆਖੀ ਹੈ। ਸੁਨ ਸਤਿਗੁਰ ਤੂਸ਼ਨ ਹੀ ਰਹੇ ਗੁਰੂ ਮਹਾਰਾਜ ਧੀਰ ਮੱਲ ਦੀਆਂ ਗੱਲਾਂ ਬਾਤਾਂ ਸੁਣ ਕੇ ਬਿਲਕੁਲ ਚੁੱਪਚਾਪ ਹੀ ਰਹੇ। ਕੋਟਲ ਮਹਾਪ੍ਰਿਥਿਆ ਸਮ ਲਹੇ ਇਹ ਵੀ ਪਿਰਥੀ ਦੇ ਚੰਦ ਦੇ ਸਮਾਨ ਹੀ ਬੜਾ ਟੇਢਾ ਪੁੱਠਾ ਹੀ ਚੱਲਣ ਵਾਲਾ ਹੀ ਹੈ ਉਹ ਜਾਣਿਆ। ਗੁਰ ਸੁਤ ਕੀ ਜੋ ਕਿਰਿਆ ਸਮਦਾਈ ਵਿਚਾਰਦੇ ਵੀ ਗੁਰੂ ਸਾਡੇ ਸੁਪੁੱਤਰ ਦੀ ਜਿਹੜੀ 10ਵੇਂ ਦਿਨ ਕੋਈ ਕਰਮ ਕਿਰਿਆ ਬਹਾਨ ਹੈ। ਸਾਦਰ ਸ੍ਰੀ ਹਰ ਰਾਏ ਕਰਾਈ ਚਲੋ ਸ੍ਰੀ ਗੁਰੂ ਪਿਤਾ ਜੀ ਦੇ ਛੋਟੇ ਜਿਹੜੇ ਸਾਹਿਬਜ਼ਾਦੇ ਰਾਏ ਸਾਹਿਬ ਜੀ ਉਹੀ ਸਤਿਕਾਰ ਨਾਲ ਕਰਾ ਦੇਣਗੇ, ਜੇ ਨਹੀਂ ਆਉਣਾ ਤਾਂ ਨਾ ਆਏ, ਇਹ ਉਹਦੀ ਮਰਜ਼ੀ ਹੈ। ਸੋ ਇਸ ਤਰ੍ਹਾਂ ਅੰਦਰ ਇਹ ਧੀਰਮਲ ਦੇ ਬੇਈਮਾਨੀ ਸੀ ਵੀ ਜੇ ਮੈਂ ਚਲਾ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉੱਥੇ ਰਜਾਣਾ ਪੈ ਜਾਊ, ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਉੱਥੇ ਚਲਿਆ ਗਿਆ ਫਿਰ ਮੇਰੇ ਹੱਥੋਂ ਨਿਕਲ ਜਾਊ। ਇਸੇ ਬੇਈਮਾਨੀ ਕਰਕੇ ਦੇਖ ਲਓ ਪਿਤਾ ਗੁਰੂ ਜੀ ਦੇ ਸਮੇਤ ਪਾਠ ਕਰਨਾ ਹੈ, ਉਹਦੇ ਵਾਸਤੇ ਵੀ ਜਿਹੜਾ ਪੁੱਤਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦੇਣ ਵਾਸਤੇ ਬੇਈਮਾਨ ਹੋ ਗਿਆ ਹੈ। ਇਸੇ ਕਰਕੇ ਅੱਜ ਤੱਕ ਗੁਰੂ ਘਰਾਂ ਨੂੰ ਟੁੱਟੇ ਪਏ। ਜਿਹੜੇ ਕੋਈ ਰਹਿਤ ਬਹਿਤ ਵਿੱਚ ਸਿਆਣੇ ਗੁਰਸਿੱਖ ਹੋ ਇਹਨਾਂ ਨਾਲ ਬਿਲਕੁਲ ਨਹੀਂ ਮੇਲ ਜੋਲ ਰੱਖਦੇ, ਜਿਹੜੇ ਇਤਿਹਾਸ ਨਹੀਂ ਸੁਣਦੇ ਉਹ ਇਹਨਾਂ ਦੇ ਡੇਰਿਆਂ ਤੇ ਵੀ ਭਟਕਦੇ ਨੇ, ਪੁੱਤਾਂ ਜਿਹੀਆਂ ਕਢਾਉਂਦੇ ਫਿਰਦੇ, ਕੋਈ ਕਢਾਇਆ ਆਉਂਦੇ ਕੋਈ ਉੱਥੋਂ ਲੈ ਆਉਂਦੇ, ਇਸੇ ਚੱਕਰ ਚੱਲੀ ਜਾਂਦਾ ਇਹਨਾਂ ਦਾ। ਜਿਹੜੇ ਇੱਕ ਵਾਰੀ ਜਾ ਰਹੇ ਨੇ ਉਹ ਐਸੇ ਫਸਦੇ ਆ, ਫਿਰ ਬੜਾ ਜਿਹਾ ਕੋਈ ਇੱਧਰ ਉੱਧਰ ਨੁਕਸਾਨ ਹੁੰਦਾ ਹੈ, ਫਿਰ ਕਹਿੰਦੇ ਕਿੱਥੇ ਫਸ ਗਏ। ਇੱਥੇ ਇੱਕ ਵਾਰੀ ਦਇਆ ਸਿੰਘ ਇੱਥੇ ਰਹਿੰਦਾ ਹੁੰਦਾ ਸੀ, ਇਹਨੂੰ ਆ ਮਲੀਆ ਬਾਬੀ ਜੀ ਲੈ ਗਈ ਸੀ ਉੱਥੇ, ਤੇ ਜਦੋਂ ਆਇਆ ਉਦੋਂ ਹੀ ਸੰਤ ਉਜਾਗਰ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਲਿਆ ਕੇ ਉਹਦੀ ਅਰਦਾਸ ਕੀਤੀ। ਕਹਿੰਦੇ ਵੀ ਹੁਣ ਤਾਂ ਤੂੰ ਭੁੱਲ ਭੁਲੇਖੇ ਉੱਥੇ ਚਲਿਆ ਗਿਆ, ਤੂੰ ਨਹੀਂ ਉੱਥੇ ਜਾਣਾ ਹੈ। ਜਿਹੜਾ ਅੰਮ੍ਰਿਤਧਾਰੀ ਸਿੰਘ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦਾ, ਉਹ ਇਹ ਸਾਰੇ ਛੇਕੇ ਹੋਏ ਹੈ, ਉੱਥੇ ਨਹੀਂ ਜਾਣਾ ਹੈ, ਤੂੰ ਗੁਰੂ ਤੋਂ ਬੇਮੁਖ ਹੋ ਜਾਏਗਾ। ਜੇ ਕਿਸੇ ਨੂੰ ਨਹੀਂ ਤਸੱਲੀ ਵੀ ਨਹੀਂ ਕਿਹਾ ਦਇਆ ਸਿੰਘ ਹੁਣ ਤੁਸੀਂ ਪੁੱਛ ਕੇ ਦੇਖ ਸਕਦੇ, ਇੱਥੇ ਆ ਜਾਊਗਾ। ਮਹਾਂਪੁਰਸ਼ਾਂ ਨੇ ਰੋਕਿਆ ਸੀ, ਅਰਦਾਸ ਕੀਤੀ ਸੀ, ਉਹ ਕਹੂਗਾ ਵੀ ਮੈਨੂੰ ਕਿਹਾ ਸੀ ਵੀ ਤੂੰ ਗਿਆ, ਬਿਲਕੁਲ ਨਹੀਂ ਜਾਣਾ, ਝਾਕੜਾ ਨਹੀਂ। ਤੇ ਕਿੱਥੇ ਦੇਖ ਲਓ ਮਹਾਂਪੁਰਸ਼ਾਂ ਦਾ ਨਾਂ ਲੈ ਕੇ ਕਹਿੰਦੇ ਵੀ ਮੇਰੀ ਡਿਊਟੀ ਉੱਥੇ ਜਾਣ ਵਾਸਤੇ ਮਹਾਂਪੁਰਸ਼ਾਂ ਨੇ ਲਾਈ। ਕਿੰਨਾ ਝੂਠ ਵੀ ਤੂੰ ਮਰਨਾ ਪੁੱਠੇ ਪਾਸੇ ਮਰ, ਉਹ ਮਹਾਂਪੁਰਸ਼ਾਂ ਦਾ ਨਾਂ ਲੈ ਲੈ ਕਿਉਂਕਿ ਝੂਠ ਪਕੌੜੇ ਵੱਢ ਦੇਈ ਤੂੰ, ਦਾਲ ਫੁਲਕਾ ਤੂੰ ਚਲਾਉਣਾ ਚਲਾਈ ਚੱਲ। ਹੈ ਉਹ ਸਾਰਾ ਦੇੜਕਿਆਂ ਵਾਲਾ ਇੱਕ ਬੈਠਾ ਉੱਥੇ ਕਰ ਕਰਾਰੀ ਉਹਦੇ ਮਗਰ ਲੱਗ ਕੇ, ਤੇ ਨਾ ਇਹਨਾਂ ਮਹਾਂਪੁਰਸ਼ਾਂ ਦਾ ਲੈ ਰਹੀ ਹੈ। ਇਹੋ ਜਿਹਾ ਤਾਂ ਭਾਈ ਜਿਹੜੇ ਸਿਆਣੇ ਹੈ ਉਹਨਾਂ ਦੇ ਪੈਰੋਕਾਰ ਹੈ, ਉਹਨਾਂ ਦੇ ਨੇੜੇ ਰਹਿਣ ਵਾਲੇ ਉਹ ਤਾਂ ਨਹੀਂ ਝਾਕਦੇ। ਬਾਕੀ ਲਾਣਾ ਹੈ ਇਸ ਸੰਸਾਰ ਵਿੱਚ ਇਹੋ ਜਿਹਾ ਹੁੰਦਾ ਹੀ ਹੈ, ਉਹ ਭਟਕੀ ਜਾਂਦੇ, ਉਹ ਭਟਕੀ ਜਾ ਰਹੀ ਹੈ, ਆਪਣਾ ਕੀਤਾ ਆਪੇ ਪਾਏਗੀ। ਇੱਥੇ ਆ ਸਾਹਮਣੇ ਹੀਰਾਂ ਦੀ ਪੱਤੀ ਕਮਾਈ ਕਰਦੀ ਹੁੰਦੀ ਸੀ, ਇਹ ਭੂਤਾਂ ਦਾ ਕੰਮ ਹੈ। ਤੇ ਮਹਾਂਪੁਰਸ਼ਾਂ ਨੂੰ ਕਈ ਵਾਰੀ ਕਹਿੰਦੇ ਮਾਈ ਇਹ ਲੋਕ ਲਾਲਚ ਵਿੱਚ ਆ ਕੇ ਤੂੰ ਨਾ ਕਰ, ਤੈਨੂੰ ਅੰਤ ਨੂੰ ਦੁੱਖ ਦੇਊਗਾ ਇਹ ਕੰਮ। ਤੇ ਉਹ ਗੱਲ ਉਹੀ ਹੋ ਗਈ, ਸਾਧ ਬਚਨਾ ਠਲਾਦਾ ਉਹ ਘਰ ਦਾ ਪੁੱਤਰ ਹੀ ਇਹੋ ਜਿਹਾ ਪੈਦਾ ਹੋ ਗਿਆ। ਉਹ ਕਹਿੰਦਾ ਹੁੰਦਾ ਸੀ ਸ਼ਰਾਬ ਜੀ ਪੀ ਕੇ ਤੂੰ ਤਾਂ ਲੋਕਾਂ ਦੇ ਭੂਤ ਕੱਢਦੀ, ਮੈਂ ਹੁਣ ਤੇਰਾ ਭੂਤ ਕੱਢੂੰਗਾ। ਬਸ ਭੱਜ ਕੇ ਉਹਨੇ ਇੱਥੇ ਆ ਵੜਨਾ, ਵਿਚਾਲਾ ਸੰਤ ਉਜਾਗਰ ਸਿੰਘ ਵਿਚਾਲਾ ਜਦੋਂ ਪੌੜੀਆਂ ਦੀਆਂ ਚੜ੍ਹਨਾ ਉਦੋਂ ਉਹਨੇ ਪਿੱਛੇ ਮੁੜ ਜਾਣਾ, ਯਾਨੀ ਇੱਥੇ ਮਾਤਰ ਸਾਹਮਣੇ ਦੇਖਦੇ। ਸੰਤਾਂ ਨੇ ਕਹਿਣਾ ਤੈਨੂੰ ਕਿਹਾ ਸੀ ਲਾਲਚ ਵਿੱਚ ਆ ਕੇ ਰੁਪਈਆਂ ਤੇ ਪੁੱਠੇ ਕੰਮ ਤੂੰ ਨਾ ਕਰ। ਕਹਿੰਦੇ ਮਹਾਰਾਜ
ਘਰੇ ਬੈਠਿਆ ਐਵੇਂ ਗੁਰਜੀਤ ਹੋਈ ਦੇ ਕੇ ਕਹਿ ਦਿੰਦੇ ਸੀ ਉਹ ਕਰਕੇ ਲਾਸਟ ਕਹਿੰਦੇ ਫਿਰ ਭੋਲ ਹੁਣ ਉਹ ਕਹਿੰਦਾ ਮੈਂ ਤੇਰੇ ਭੂਤ ਕਰਦਾ ਕਹਿੰਦੇ ਗੱਲ ਠੀਕ ਕਹਿੰਦਾ ਤੂੰ ਲੋਕਾਂ ਦੇ ਕਰਦੀ ਸੀ ਮੈਂ ਤੇਰਾ ਕਰਦਾ ਬਸ ਇਸ ਤਰ੍ਹਾਂ ਹੀ ਉਹਨਾਂ ਨੇ ਮਾਂ ਨੇ ਕੁੱਟ ਕੇ ਮਾਰ ਦਿੱਤੀ ਜਿਹੜੇ ਲੋਕਾਂ ਦੇ ਭੂਤ ਕੱਢਦੀ ਸੀ ਇਹ ਭਾਈ ਇਹ ਜਿਹਾ ਫਲ ਤਾਂ ਇਹ ਜਿਹਾ ਨੂੰ ਇਉਂ ਹੀ ਮਿਲਦਾ ਹੁੰਦਾ ਇਹ ਕਹਿ ਵੀ ਕਰਾ ਕੇ 4 ਦਿਨ ਆਨੰਦ ਜਮ ਮਾਰ ਲੈਂਦੇ ਗਲਤ ਜਿਹੜਾ ਕੰਮ ਹੈ ਉਹਦਾ ਜਿਹੜਾ ਫਲ ਹੈ ਰਿਜ਼ਲਟ ਤਾਂ ਗਲਤ ਹੁੰਦਾ ਹੈ ਪਰ ਜਿੰਨਾ ਚਿਰ ਮਨੁੱਖ ਦੇ ਉੱਪਰ ਆ ਕੇ ਉਹ ਭਾਵੀ ਵਰਤਨੀ ਨਾ ਉਹਨਾਂ ਚਿਰ ਮਨੁੱਖ ਹਟਦਾ ਹੈ ਇਹ ਐਸਾ ਹੀ ਹੈ ਇਨਸਾਨ ਦਾ ਸੁਭਾਅ ਹੀ ਬਣਿਆ ਕਲਯੁਗ ਦਾ ਪ੍ਰਭਾਵ ਹੀ ਐਸਾ ਹੁਣ ਮਾਤਰ ਤੋਂ ਮਾਤਰ ਜਿਹੜਾ ਕਹਿ ਰਿਹਾ ਹੈ ਜਿਹੜੇ ਉਹਨਾਂ ਕੋਲ ਜਾਂਦੇ ਉਹਨਾਂ ਨੂੰ ਬੜਾ ਦੁੱਖ ਲੱਗੂ ਵੀ ਇਹ ਤਾਂ ਵੇਖੋ ਦੁਸ਼ਮਣੀ ਕਰਦਾ ਹੈ ਬੈਰ ਭਾਵ ਕਰਦਾ ਹੈ ਤੇ ਉਹਨਾਂ ਨਾਲ ਲੱਗਦਾ ਹੈ ਪਰ ਹੈ ਯਥਾਰਥ ਉਸ ਇਹਨਾਂ ਤੋਂ ਪੁੱਛ ਲਓ ਤੁਸੀਂ ਵੀ ਐਸਾ ਕੋਈ ਉਹ ਕਿਤੇ ਜ਼ਿੰਦਗੀ ਵਿੱਚ ਉੱਥੇ ਗਏ ਤੁਸੀਂ ਮਾਈਆਂ ਬੀਬੀਆਂ ਸਾਰੀਆਂ ਜਾਂਦੀਆਂ ਰਹੀਆਂ ਹੇਮਕੁੰਟ ਨੂੰ ਵੀ ਜਾਂਦੇ ਰਹੇ ਹਜ਼ੂਰ ਸਾਹਿਬ ਪਟਨਾ ਸਾਹਿਬ ਕਿਤੇ ਜ਼ਿੰਦਗੀ ਵਿੱਚ ਤੁਹਾਨੂੰ ਉੱਥੇ ਲੈ ਕੇ ਗਏ ਹੋ ਉਹ ਸਦਾ ਨਾਲ ਲੈ ਰਹੀ ਹੈ ਕਹਿੰਦੇ ਡਿਊਟੀ ਮੈਨੂੰ ਇੱਧਰ ਲਿਜਾਣ ਦੀ ਇਹਨਾਂ ਨੂੰ ਲਾਈ ਹੈ ਇਸ ਕਰਕੇ ਵੀ ਜਿਹੜਾ ਤਾਂ ਸਿਆਣਾ ਹੋਊਗਾ ਸਿਆਣੀ ਮਾਈ ਬੀਬੀ ਉਹ ਤਾਂ ਨਹੀਂ ਝਾਕਦੀ ਜਿਹਨੇ ਪੁੱਠੇ ਪਾਸੇ ਮਰਨਾ ਮਰੇ ਇੱਧਰ ਹੋ ਜਾਊਗੀ ਉੱਧਰ ਉਹ ਭੂਤਨੀ ਜੀ ਬਣ ਕੇ ਫਿਰ ਜਾਊ ਇਹ ਤਾਂ ਸਿੱਧੀ ਗੱਲ ਹੈ ਸੱਚ ਇਹ ਹੈ ਸਾਧੂਆਂ ਦਾ ਸਥਾਨ ਇੱਥੇ ਤਾਂ ਸੱਚ ਕਿਹਾ ਜਾਣਾ ਹੈ ਠੀਕ ਹੈ ਸੱਚ ਕਹੇ ਤਾਂ ਸ਼ੋਹ ਆਵੇ ਇਹ ਕਲਯੁਗ ਦਾ ਜ਼ਮਾਨਾ ਜੇ ਸੱਚ ਕਹਿ ਦਈਏ ਬੜੀ ਪਿੱਠ ਚੜ੍ਹਦੀ ਹੈ ਬਹੁਤ ਔਖੇ ਹੁੰਦੇ ਬੜੇ ਨੱਕ ਚੜਾਉਂਦੇ ਹੈ ਉਹ ਵੀ ਨੱਕ ਚੜਾਈ ਜਾਏ ਕੋਈ ਕਹੀ ਜਾਏ ਇਹ ਤਾਂ ਡਿਊਟੀ ਹੈ ਇਸ ਸਥਾਨ ਦੀ ਇੱਥੇ ਸੱਚ ਬੋਲਿਆ ਜਾਂਦਾ ਸੱਚ ਕਿਹਾ ਜਾਂਦਾ ਸੱਚ ਦਾ ਪ੍ਰਚਾਰ ਹੁੰਦਾ ਰਹੇਗਾ ਸੱਚ ਬੋਲਿਆ ਜਾਏਗਾ ਸਾਧੂਆਂ ਦਾ ਸਥਾਨ ਹੈ ਇੱਥੇ ਸੱਚ ਬੋਲਿਆ ਜਾਂਦਾ ਕਰਕੇ ਚੜ੍ਹਦੀ ਕਲਾ ਜਿੱਦਣ ਇੱਥੇ ਝੂਠ ਮੂਠ ਆ ਗਿਆ ਉਦੋਂ ਫਿਰ ਦੂਜਿਆਂ ਵਾਲਾ ਇਹ ਹਾਲ ਇੱਥੇ ਹੋ ਜਾਊ ਇੱਥੇ ਵੀ ਬਸ ਭੰਨ ਘੁੱਟੂਗੀ ਇਸ ਕਰਕੇ ਸਾਨੂੰ ਸਾਰਿਆਂ ਨੂੰ ਧਿਆਨ ਦੇ ਕੇ ਸੱਚ ਤੇ ਪਹਿਰਾ ਦੇਣਾ ਚਾਹੀਦਾ ਸੱਚ ਤੇ ਚੱਲਣਾ ਚਾਹੀਦਾ ਤਾਂ ਕਿ ਲੋਕ ਸੁਖੀ ਪਰਲੋਕ ਸਹਿਜੇ ਹੋ ਸਕੀਏ ਲੋਹਣਾ ਪੈਥੀ ਸਮਾਪਤੀ ਕਰਕੇ ਅਰਦਾਸ ਵਿੱਚ ਜੁੜੀਏ ਜੀ ਸੁਨ ਸਤਿਗੁਰ ਤੂਸ਼ਨ ਹੀ ਰਹੇ ਕੋਟਲ ਮਹਾਪ੍ਰਿਥਿਆ ਸਮ ਲਹੇ ਗੁਰ ਸੁਤ ਕੀ ਜੋ ਕਿਰਿਆ ਸਮਦਾਈ ਸਾਦਰ ਸ੍ਰੀ ਹਰਿ ਰਾਏ ਕਰਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।